ਚੈਨਲ ਦੇਖ ਰਹੀ यूके यूरोप ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਜਾਣਦੀਆਂ ਨੇ ਕਿ ਇੱਕ ਕੇਸ ਜਿਸ ਦਾ ਫੈਸਲਾ ਕੁਝ ਦਿਨ ਪਹਿਲਾਂ ਜਿਹੜਾ ਵਾ ਉਹ ਆਇਆ ਹੈ, ਜਿਸ ਦੇ ਵਿੱਚ ਕੋਈ ਦੋਸ਼ੀਆਂ ਨੂੰ ਸਜ਼ਾ ਹੋਈ ਆ। ਪਿੰਡ ਰਾਮਦਵਾਲੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉਹਨਾਂ ਵੱਲੋਂ ਅਗਨ ਭੇਟ ਕਰ ਦਿੱਤਾ ਗਿਆ ਸੀ। ਸੋ ਉਸੇ ਹੀ ਕੇਸ ਦੇ ਵਿੱਚ ਐਡਵੋਕੇਟ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਜਿਹੜੇ ਆ ਉਹ ਇਸ ਕੇਸ ਦੀ ਪੈਰਵਾਈ ਕਰ ਰਹੇ ਸਨ, ਇਹ ਕੇਸ ਜਿਹੜਾ ਲੜ ਰਹੇ ਸਨ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਕਾਮਯਾਬ ਹੋਏ ਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਸਿਆਲਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿਆਲਕਾ ਸਾਹਿਬ, ਇਸ ਮਾਮਲੇ ਦੇ ਵਿੱਚ ਕਿੰਨਾ ਕੁ ਜਿਹੜਾ ਆ ਉਹ ਸਬੂਤ ਪੇਸ਼ ਕਰਨੇ ਪਏ ਜਾਂ ਕੀ ਕੁਝ ਕਰਨਾ ਪਿਆ ਕਿ ਪਹਿਲਾ ਮਾਮਲਾ ਜਿਹੜਾ ਹੈ ਇੱਕ ਕਹਿ ਲਿਆ ਜਾਵੇ ਕਿ ਰਾਹ ਖੋਲਿਆ ਜਿਸ ਨੇ ਹੋਰ ਮਾਮਲਿਆਂ ਵਾਸਤੇ ਵੀ ਕੀ ਕੁਝ ਕਰਨਾ ਪਿਆ ਤੇ ਇਹ ਕਿੰਨਾ ਸਮਾਂ ਲੱਗਾ ਇਸ ਸਜ਼ਾ ਜਿਹੜੀ ਹੋਣ ਦੇ ਵਿੱਚ? ਇਹ 12-13 ਮਾਰਚ ਦੀ ਦਰਮਿਆਨੀ ਰਾਤ ਨੂੰ ਇਹ ਘਟਨਾ ਵਾਪਰੀ ਸੀ। ਇਸ ਹਿਰਦੇਵਾਦੀ ਦੀ ਘਟਨਾ ਦੇ ਵਾਪਰਨ ਨਾਲ ਇਲਾਕੇ ਦੇ ਵਿੱਚ ਸਿੱਖ ਸੰਗਤਾਂ ਦੇ ਬਹੁਤ ਵੱਡਾ ਰੋਸ, ਗਮ ਦੀ ਰਹਿ ਜਿਹੜੀ ਉਹ ਦੌੜ ਗਈ ਸੀ ਤੇ ਬੜਾ ਵੱਡਾ ਇਕੱਠ ਇਸੇ ਹੀ ਜਗ੍ਹਾ ਦੇ ਉੱਤੇ ਹੋਇਆ ਸੀ। ਮੇਰਾ ਖਿਆਲ ਹੈ ਕੋਈ ਮਾਈ ਭਾਈ ਲਾਗਲੇ ਪਿੰਡਾਂ ਦਾ ਵੀ ਨਹੀਂ ਰਿਹਾ ਜਿਹੜਾ ਇਸ ਜਗ੍ਹਾ ਇਸ ਥਾਂ ਪਹੁੰਚਿਆ ਨਾ ਹੋਵੇ। ਉਸ ਇਹਦੇ ਵਿੱਚ ਜਿੰਨੇ ਜਦੋਂ ਇੱਥੇ ਆਏ ਮਹਾਰਾਜ ਦੇ ਸਰੂਪ ਸੁਖਾਸਣ ਪਲੰਗ ਤੇ ਗੁਟਕਾ ਸਾਹਿਬਾਨ ਰਮਾਲੇ ਬੜੀ ਬੁਰੀ ਤਰ੍ਹਾਂ ਇਹ ਸਾਬਤ ਕਰਨ ਵਾਸਤੇ ਵੀ ਸ਼ਾਰਟ ਸਰਕਟ ਹੋ ਕੇ ਅੱਗ ਲੱਗੀ ਆ। ਪੱਖੇ ਨੂੰ ਅੱਗ ਲਾ ਦਿੱਤੀ ਗਈ, ਏਸੀ ਨੂੰ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਬੜੀ ਪਲੈਨਿੰਗ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਉਹਦੇ ਸੰਬੰਧ ਵਿੱਚ ਜਦੋਂ ਫਿਰ ਇਹਦੀ ਇਨਵੈਸਟੀਗੇਸ਼ਨ ਚੱਲੀ, ਜਦੋਂ ਇਹ ਸਾਰਾ ਤਫਤੀਸ਼ ਚੱਲੀ, ਉਸ ਵੇਲੇ ਸਾਰੀ ਪੁਲਿਸ ਜਿੰਨੀ ਆ ਜ਼ਿਲ੍ਹੇ ਦੀ ਜਿਹੜੀ ਇਸ ਬਾਰਡਰ ਜ਼ੋਨ ਦੀ ਆ, ਉਹਨਾਂ ਬੜੀ ਤਨਦੇਹੀ ਨਾਲ ਇਹਦੇ ਵਿੱਚ ਕੰਮ ਕੀਤਾ। ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਉਂਕਿ ਜਿਹੜੀ ਵੀ ਕੋਈ ਕਿਸੇ ਕੇਸ ਨਾਲ ਸੰਬੰਧਿਤ ਹੁੰਦੀ ਹੈ ਚੀਜ਼ ਜਾਂ ਸਮੱਗਰੀ, ਉਹਨੂੰ ਕੇਸ ਪ੍ਰਾਪਰਟੀ ਬਣਾ ਕੇ ਮਾਲ ਮੁਕੱਦਮਾ ਬਣਾ ਕੇ ਤੇ ਅਦਾਲਤ 'ਚ ਪੇਸ਼ ਕੀਤਾ ਜਾਂਦਾ। ਪਰ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਪ੍ਰਤੱਖ ਸਰੂਪ ਨੇ, ਉਹਨਾਂ ਨੂੰ ਅਦਾਲਤਾਂ ਦੇ ਵਿੱਚ ਤੇ ਪੇਸ਼ ਨਹੀਂ ਕੀਤਾ ਜਾ ਸਕਦਾ, ਨਾ ਉਹਨਾਂ ਨੂੰ ਇੰਨਾ ਲੰਮਾ ਸਮਾਂ ਰੱਖਿਆ ਜਾ ਸਕਦਾ ਸੀ। ਉਸ ਸੰਬੰਧ ਵਿੱਚ ਮਾਣਯੋਗ ਜੱਜ ਸਾਹਿਬ ਇੱਥੇ ਆਣ ਕੇ ਸਰੂਪਾਂ ਦੀ ਆਪ ਦਰਸ਼ਨ ਕਰਕੇ ਤੇ ਤਫਤੀਸ਼ ਮੁਕੰਮਲ ਕਰਕੇ ਉਹਨਾਂ ਨੇ ਉਹ ਹੁਕਮ ਕਰ ਦਿੱਤਾ ਸੀ ਪੁਲਿਸ ਨੂੰ ਕਿ ਤੁਸੀਂ ਇਹਨਾਂ ਨੂੰ ਰਹਿਤ ਮਰਜ਼ਾਦਾ ਅਨੁਸਾਰ ਬਣਦਾ ਜਿਹੜਾ ਅੰਤਿਮ ਸੰਸਕਾਰ ਦੀ ਕਾਰਵਾਈ ਕਰ ਸਕਦੇ ਜੀ। ਉਹ ਆਰਡਰ ਲਾ ਦਿੱਤਾ ਗਿਆ ਨਾਲ ਪੁਲਿਸ ਦੀ ਜਿਹੜੀ ਐਪਲੀਕੇਸ਼ਨ ਨਾਲ, ਉਹ ਜਿਹੜਾ ਜੱਜ ਸਾਹਿਬ ਦਾ ਇੱਥੇ ਆਉਣ ਦਾ ਤੇ ਆਣ ਕੇ ਉਹ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀ ਉਹਦੀ ਕਾਪੀ ਨਾਲ ਲਾ ਦਿੱਤੀ ਗਈ। ਜਿਹੜੀਆਂ ਚੀਜ਼ਾਂ ਅਦਾਲਤ ਵਿੱਚ ਪੇਸ਼ ਕੀਤੀਆਂ ਜਾ ਸਕਦੀਆਂ, ਜਿਵੇਂ ਟੁੱਟੀ ਹੋਈ ਗੋਲਕ ਜਾਂ ਜਿਹੜੇ ਜਲੇ ਰਮਾਲਿਆਂ ਦੇ ਜਿਹੜੇ ਟੁਕੜੇ ਤੇ ਹੋਰ ਸਮਾਨ ਜਿਹੜਾ ਉਹ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ। ਨਾਲ ਦੀ ਨਾਲ ਜਿੰਨੀਆਂ ਗਵਾਹੀਆਂ ਸਨ, ਨਗਰ ਦੇ ਵੀਰਾਂ ਨੇ ਬੜੀਆਂ ਗਵਾਹੀਆਂ ਦਿੱਤੀਆਂ, ਪੁਲਿਸ ਵਾਲਿਆਂ ਨੇ ਬਣਦੀ ਗਵਾਹੀ ਦਿੱਤੀ, 15 ਗਵਾਹ ਇਹਦੇ 'ਚ ਪੇਸ਼ ਹੋਏ। ਉਹ ਸਾਰਾ ਜਿਹੜਾ ਜੀ ਉਹ ਗਵਾਹੀਆਂ ਤੋਂ ਬਾਅਦ ਜੱਜ ਸਾਹਿਬ ਇਸ ਨਤੀਜੇ ਤੇ ਪਹੁੰਚੇ ਕਿ ਇੱਕ ਅਜਿਹਾ ਕੇਸ ਹੈ ਜਿਹੜਾ ਸਜ਼ਾ ਦੇ ਦੇਣ ਯੋਗ ਆ ਤੇ ਜਿੰਨੀ ਉਹ ਸਜ਼ਾ ਦੇ ਸਕਦੇ ਸਨ ਉਹਨਾਂ ਨੇ ਉਹ ਦਿੱਤੀ। ਇਹਦੇ ਵਿੱਚ ਲਗਭਗ 24 ਸਾਲ ਸਜ਼ਾ ਹੋਈ, 7-7 ਹਜ਼ਾਰ ਰੁਪਇਆ ਜੁਰਮਾਨਾ, 24 ਸਾਲ ਸਜ਼ਾ। ਉਹ ਚੱਲਣੀ ਇਕੱਠੀ ਹੋਣ ਕਰਕੇ 7 ਸਾਲ ਦੇ ਵਿੱਚ ਚੱਲਣੀ ਆ, ਅਦਰਵਾਈਜ਼ ਇਹਦੇ 7 ਸਾਲ ਦੀ ਸਜ਼ਾ ਹੋਈ। ਇਹ ਜਿਹੜੇ ਲੋਕ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਹੈ, ਇਹਨਾਂ ਦੀ ਉਮਰ ਕਿੰਨੀ ਸੀ ਤੇ ਪਲਾਨ ਕਿਸ ਤਰ੍ਹਾਂ ਕੀਤਾ? ਕਿਸੇ ਨੇ ਉਕਸਾਇਆ ਸੀ ਇਹ ਕੰਮ ਕਰਨ ਲਈ ਉਹਨਾਂ ਨੂੰ? ਇਹਦੇ ਬਾਰੇ ਉਮਰ ਤੇ ਇਹਨਾਂ ਦੀ ਕੋਈ ਬਹੁਤੀ ਖਾਸ ਨਹੀਂ ਜੀ, ਨੌਜਵਾਨ ਨੇ। ਪਰ ਜੋ ਹਾਲਾਤ ਦੱਸਦੇ ਨੇ, ਜੋ ਹਾਲਾਤਾਂ ਤੋਂ ਆਪਾਂ ਵੇਖਦੇ ਆ, ਇਹ ਅਕਸਾਹਟ ਦੇ ਵਿੱਚ ਆਣ ਕੇ, ਕਿਸੇ ਦੇ ਬਹਿਕਾਵੇ 'ਚ ਆਣ ਕੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ, ਹੋਰ ਥਾਵਾਂ ਤੇ। ਕੁਝ ਥਾਂ ਤੇ ਫਿਰਕੂ ਭਾਵਨਾਵਾਂ 'ਚ ਵੀ ਅਜਿਹੇ ਲੋਕ ਜਿਹੜੇ ਨੇ ਉਹ ਘਟਨਾਵਾਂ ਕਰਦੇ ਨੇ, ਪਰ ਇਹਨਾਂ ਦੇ ਪਿੱਛੇ ਇੱਕ ਬੜੀ ਵੱਡੀ ਸਾਜ਼ਿਸ਼, ਉਹਦੇ ਕਰਕੇ ਘਟਨਾ ਵਾਪਰੀ। ਇਹ ਵੀ ਤੇ ਹੋਰ ਵੀ ਜਿਹੜੀਆਂ ਜਾਣ ਬੁੱਝ ਕੇ ਘਟਨਾਵਾਂ ਕੀਤੀਆਂ ਗਈਆਂ, ਉਹਨਾਂ ਦੇ ਪਿੱਛੇ ਬੜੀ ਵੱਡੀ ਇੱਕ ਸਾਜ਼ਿਸ਼ ਹੈ। ਉਹ ਸਾਜ਼ਿਸ਼ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੀ ਆ। ਉਹ ਸਾਜ਼ਿਸ਼ ਵੱਖ-ਵੱਖ ਧਰਮਾਂ ਦੇ ਵਿੱਚ, ਵੱਖ-ਵੱਖ ਫਿਰਕਿਆਂ ਦੇ ਵਿੱਚ ਜਿਹੜੀ ਆ ਉਹ ਫੁੱਟ ਪਾਉਣ ਦੀ ਸਾਜ਼ਿਸ਼ ਹੈ। ਸਿਆਲਕਾ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਫੈਸਲਾ ਇਸ ਤਰ੍ਹਾਂ ਦਾ ਆ ਸਕਦਾ ਜਿਹੜੇ ਕੇਸ ਚੱਲ ਰਹੇ ਆ, ਕਿਉਂਕਿ ਇਸ ਫੈਸਲੇ ਨੇ ਇੱਕ ਰਾਹ ਖੋਲ੍ਹ ਦਿੱਤਾ ਹੈ ਸਜ਼ਾਵਾਂ ਦਾ? ਬਿਲਕੁਲ ਜੀ, ਬਿਲਕੁਲ। ਕਿਉਂਕਿ ਅੱਗੇ ਤੇ ਪਹਿਲਾਂ ਬਹੁਤ ਸਾਰੇ ਕੇਸਾਂ 'ਚ ਇਹ ਹੁੰਦੀ ਭਾਵਨਾ ਦੋਸ਼ੀਆਂ ਦੀ ਵੀ ਸਾਨੂੰ ਕੀ ਹੋਣ ਲੱਗਾ, ਤੇ ਪੈਰਵਾਈ ਕਰਨ ਵਾਲਿਆਂ ਦਾ ਹੁੰਦਾ ਵੀ ਇਹਦੇ 'ਚ ਬਣਦਾ ਤੇ ਕੁਝ ਹੈ ਨਹੀਂ।
ਕੁਝ ਥਾਵਾਂ ਤੇ ਉਹ ਵਿਅਕਤੀ ਜ਼ਮਾਨਤ ਤੇ ਆ ਜਾਂਦੇ ਸੀ, ਕੋਈ ਮਿਹਨਤ ਮਾਰ ਲਈ, ਕੋਈ ਪੈਰੀਂ ਜਾ ਕੇ ਹੱਥ ਲਾ ਲਏ, ਕਿਸੇ ਤਰ੍ਹਾਂ ਕੋਈ ਪਰਿਵਾਰ ਲੋਂ ਜਾ ਕੇ ਮਿਹਨਤ ਮਾਰ ਲਈ, ਤੇ ਉਹ ਗਵਾਹੀਆਂ ਤੋਂ ਪਾਸਾ ਕਰ ਜਾਣ ਦੀ ਕੋਸ਼ਿਸ਼ ਕਰਾਉਂਦੇ ਨੇ ਇਹ ਅਪਰਾਧਿਕ ਵਿਰਤੀ ਦੇ ਲੋਕ। ਪਰ ਇਸ ਕੇਸ ਦੇ ਵਿੱਚ ਨਾ ਨਗਰ ਵਾਸੀਆਂ ਨੇ, ਨਾ ਪੁਲਿਸ ਨੇ, ਨਾ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਹੋਣ ਦਿੱਤੀ, ਨਾ ਜ਼ਮਾਨਤ ਅਦਾਲਤ ਨੇ ਲਈ, ਤੇ ਨਾ ਹੀ ਕਿਸੇ ਕਿਸਮ ਦਾ ਪਿੰਡ ਵਾਲਿਆਂ ਨੇ ਕਿਸੇ ਉਹਨਾਂ ਨਾਲ ਲਿਹਾਜ਼ ਕੀਤਾ। ਜੋ ਉਹਨਾਂ ਨੇ ਕਰਤੂਤ ਕੀਤੀ ਸੀ ਉਹਦੀ ਉਹਨਾਂ ਗਵਾਹੀ ਦਿੱਤੀ ਪਿੰਡ ਵਾਲਿਆਂ ਨੇ, ਤੇ ਉਹਦਾ ਹੀ ਉਹਨਾਂ ਨੂੰ ਸਜ਼ਾ ਭੁਗਤਣੀ ਪਊਗੀ, ਉਹਦੇ ਸਿੱਟੇ ਵਜੋਂ ਉਹਨਾਂ ਨੂੰ ਸਜ਼ਾ ਹੋਈ। ਤੁਸੀਂ ਸਿਆਲਕਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਜੇ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਇਹ ਕੇਸ ਦੀ ਪੈਰਵਾਈ ਕੀਤੀ ਜਾਂ ਆਪਣੇ ਤੌਰ ਦੇ ਉੱਤੇ ਇਹ ਕੇਸ ਜਿਹੜਾ ਤੁਸੀਂ ਲੜਿਆ? ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਅਹੁਦੇਦਾਰ ਹੋਣ ਤੋਂ ਪਹਿਲਾਂ ਹਰ ਇੱਕ ਸਿੱਖ ਜਿਹੜਾ ਉਹ ਸਿੱਖ ਹੈ, ਤੇ ਸਿੱਖ ਹੋਣ ਦੇ ਨਾਤੇ ਉਹ ਗੁਰੂ ਨੂੰ ਸਮਰਪਿਤ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ। ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹਦੇ ਵਿੱਚ ਸਾਰੇ ਧਰਮਾਂ ਦਾ, ਭਗਤਾਂ ਦਾ, ਜਿਹਦੇ ਵਿੱਚ ਨਿਮਾਣੇ ਨੂੰ ਮਾਣ ਬਖਸ਼ਿਸ਼ ਕੀਤਾ, ਉਹ ਉਸ ਗੁਰੂ ਸਾਹਿਬ ਨੂੰ ਸਮਰਪਿਤ ਹੈ। ਤੇ ਮੈਂ ਵੀ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂ, ਇਲਾਕੇ ਨੂੰ ਸਮਰਪਿਤ ਹਾਂ, ਸਾਧ ਸੰਗਤ ਨੂੰ ਸਮਰਪਿਤ ਹਾਂ। ਮੈਂ ਇਹ ਜਿਹੜਾ ਨਾ ਜੀ, ਉਹ ਫਰਜ਼ ਮੇਰਾ ਬਣਦਾ ਹੀ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਿਆਂ ਹੋਇਆ ਆਪਣਾ ਫਰਜ਼ ਨਿਭਾਉਂਦਾ, ਪਰ ਨਾਲ ਦੀ ਨਾਲ ਜਿਹੜਾ ਮੇਰਾ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਜਿਹੜਾ ਫਰਜ਼ ਬਣਦਾ, ਮੈਂ ਉਹਦੇ ਮੁਤਾਬਕ ਵੀ, ਇਹ ਮੇਰੇ ਭਰਾ ਨੇ ਸਾਰੇ, ਮੇਰਾ ਫਰਜ਼ ਬਣਦਾ ਸੀ ਮੈਂ ਇਹਨਾਂ ਦੇ ਨਾਲ ਹੁੰਦਾ, ਜਦ ਇਹਨਾਂ ਦੀਆਂ ਭਾਵਨਾਵਾਂ ਸੀ, ਤੇ ਮੈਂ ਉਹਦੇ ਨਾਲ ਮੇਰਾ ਬਣਦਾ ਸੀ ਕਿ ਮੈਂ ਉਹਦੇ ਤੋਂ ਵੱਧ ਚੜ੍ਹ ਕੇ ਸੇਵਾ ਕਰਦਾ। ਇਹ ਜੇ ਇਹ ਵੀ ਢਿੱਲ ਮੱਠ ਕਰਦੇ, ਮੇਰਾ ਤਾਂ ਵੀ ਫਰਜ਼ ਬਣਦਾ ਸੀ ਮੈਂ ਕਰਦਾ ਇਹਨਾਂ ਨੂੰ ਉਦਮ ਦੇ ਕੇ, ਪਰ ਇਹ ਇੰਨੇ ਉਦਮੀ ਸੀ ਵੀ ਮੈਨੂੰ ਇਸ ਗੱਲ ਦੀ ਲੋੜ ਹੀ ਨਹੀਂ ਬਈ ਆਪ ਤਰੀਕ ਤੋਂ ਪਹਿਲਾਂ ਆਣ ਕੇ ਪੁੱਛ ਕੇ ਤੇ ਇਹਨਾਂ ਨੇ ਅਗਲੇ ਦਿਨ ਜਿਹੜਾ ਉੱਥੇ ਹਾਜ਼ਰ ਹੋਏ ਹੋਣਾ। ਸੋ ਬਿਲਕੁਲ ਸਿਆਲਕਾ ਸਾਹਿਬ ਇਸੇ ਇਲਾਕੇ ਦੇ ਨਾਲ ਸੰਬੰਧਿਤ ਤੇ ਲੰਮੇ ਸਮੇਂ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਨੇ, ਸੋ ਇਸ ਕੇਸ ਦੇ ਵਿੱਚ ਵੀ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਕੰਮ ਕੀਤਾ, ਤੇ ਜਿਹੜੇ ਇੱਥੇ ਨੌਜਵਾਨ ਸੀ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਆ ਉਹ ਇੱਥੋਂ ਤੱਕ ਪਹੁੰਚੇ ਕਿ ਜਿਹੜੇ ਦੋਸ਼ੀ ਲੋਕ ਸੀ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਆ ਉਹ ਦਵਾਈਆਂ ਗਈਆਂ। ਸੋ ਸਿਆਲਕਾ ਸਾਹਿਬ ਨੇ ਗੱਲਬਾਤ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਦਵਾਲੀ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ, ਉਸ ਸੰਬੰਧ ਦੇ ਵਿੱਚ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਹੋਈਆਂ ਨੇ, ਤੇ ਅੱਜ ਉਸੇ ਹੀ ਪਿੰਡ ਦੇ ਵਿੱਚ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਵੀਰ ਸਿੰਘ ਜੀ ਮੁੱਛਲ ਇੱਥੇ ਪਹੁੰਚੇ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਜਦ ਇੱਥੇ ਬੇਅਦਬੀ ਦੀ ਘਟਨਾ ਵਾਪਰੀ ਤੁਸੀਂ ਇੱਥੇ ਪਹੁੰਚੇ ਸੀਗੇ ਉਸ ਸਮੇਂ ਵੀ, ਤੇ ਅੱਜ ਉਸ ਮਾਮਲੇ ਦੀ ਜਿਹੜੀ ਪੈਰਵਾਈ ਆ ਲਗਭਗ 1.5 ਸਾਲ ਦੇ ਸਮੇਂ ਦੇ ਵਿੱਚ ਫੈਸਲਾ ਜਿਹੜਾ ਆ ਗਿਆ ਆ, ਕਿਸ ਤਰ੍ਹਾਂ ਦੇਖਦੇ ਜਿਸ ਚੀਜ਼ ਨੂੰ? ਫੈਸਲਾ ਜਿਹੜਾ ਸਾਡੇ, ਕਿਉਂਕਿ ਭਨਿਆਰੇ ਵਾਲੇ ਤੇ ਹੋਰ ਬਹੁਤ ਥਾਈਂ ਜਿਹੜਾ ਨਰਾਦਰ ਹੋਇਆ ਸੀ, ਕਈਆਂ ਥਾਵਾਂ ਤੇ ਕੇਸ ਹੀ ਬੰਦ ਕਰ ਦਿੱਤੇ, ਤੇ ਇਹ ਅੱਜ ਪਹਿਲਾ ਜਿਹੜਾ ਫੈਸਲਾ ਜਿਹਦੇ ਨਾਲ ਕੁਝ ਸਿੰਘ ਇਸ ਗੱਲ ਦੀ ਖੁਸ਼ੀ ਮਨਾਈ ਕਿ ਪਹਿਲੀ ਵਾਰ ਪੰਜਾਬ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ 7 ਸਾਲ ਦੀ ਸਜ਼ਾ ਹੋਈ ਹੈ। ਭਨਿਆਰੇ ਵਾਲੇ ਨੂੰ 3 ਸਾਲ ਦੀ ਸਜ਼ਾ ਤੇ ਜ਼ਮਾਨਤ ਉਸੇ ਵੇਲੇ, ਤੇ ਨਾਲ ਹੀ ਸੈਂਟਰ ਨੇ ਉਹਨਾਂ ਨੂੰ ਮੁਹੱਈਆ ਕਰਾ ਦਿੱਤੀ ਕਿਹੜੀ ਜੱਡ ਪੁਲਿਸ, ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਦਾ, ਸਿੱਖਾਂ ਦੇ ਇਤਿਹਾਸ ਬਾਰੇ ਗਲਤ ਬੋਲਦਾ ਹੈ, ਸਰਕਾਰਾਂ ਉਹਨਾਂ ਨੂੰ ਉਸ ਵੇਲੇ ਸ਼ਹਿ ਦੇ ਦਿੰਦੀ ਹੈ। ਅੱਜ ਇਸ ਪਿੰਡ ਰਾਮਦਵਾਲੀ ਦੇ ਵਿੱਚ ਆ 1.5 ਸਾਲ ਪਹਿਲਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕੀਤਾ ਗਿਆ ਸੀ, ਇਹ ਕੌਣ ਸਨ ਇਹ ਮੈਂ ਦੱਸਣਾ ਚਾਹੁੰਦਾ ਵਾਂ, ਕਿਉਂਕਿ ਏਜੰਸੀਆਂ ਵੀ ਇਹੋ ਜਿਹੇ ਸੁੱਤੀਆਂ, ਤੇ ਜਿਹੜੇ ਆਪਣੇ ਪੰਜਾਬ ਪੁਲਿਸ ਵਾ ਤੇ ਸ਼੍ਰੋਮਣੀ ਕਮੇਟੀ ਵੀ ਸੁੱਤੀ ਹੈ ਕਿ ਇਹ ਨਰਾਦਰ ਜਿਹੜਾ ਹੋਇਆ ਹੈ, ਇੱਕ ਥਾਂ ਨਹੀਂ, ਮੈਂ ਕੋਲੋਂ ਨਹੀਂ ਕਹਿ ਰਿਹਾ, ਮੇਰੀ ਕੋਈ ਪਾਰਟੀ ਨਹੀਂ ਹੈ, ਕੋਈ ਮੇਰੇ ਦੋਖੀ ਨਹੀਂ ਉਹ, ਤੇ ਮੈਂ ਉਹਨਾਂ ਦੀ ਕੋਈ ਨਿੱਜੀ ਨਹੀਂ ਹੈਗਾ ਕੋਈ ਵੀ ਝਗੜਾ ਉਹਨਾਂ ਨਾਲ, ਭਾਵ ਕਿ ਉਹ ਜਿਹੜੇ ਕ੍ਰਿਸਚਨ ਧਰਮ ਵਾਲੇ ਆ ਇਸ ਪਿੰਡ ਵਿੱਚ ਵੀ ਜੇਕਰ ਨਰਾਦਰ ਕੀਤਾ, ਗੁਰੂ ਸਾਹਿਬ ਨੂੰ ਅਗਨ ਭੇਟ ਕੀਤਾ, ਤੇ ਉਹ ਵੀ ਕ੍ਰਿਸਚਨ ਧਰਮ ਨੂੰ ਮੰਨਣ ਵਾਲੇ, ਪਿੰਡ ਭਗਵਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਪੜੇ ਸੁੱਟਿਆ ਤੇ ਉਹ ਵੀ ਕ੍ਰਿਸਚਨ ਧਰਮ ਨੂੰ ਮੰਨਣ ਵਾਲੇ, ਜੇਕਰ ਕੱਲੋ ਮਾਲ ਦੇ ਵਿੱਚ ਪੋਥੀਆਂ ਖੂਹੇ ਸਟਾਈਆਂ ਤੇ ਉਹ ਵੀ ਕ੍ਰਿਸਚਨ ਧਰਮ ਨੂੰ ਮੰਨਣ ਵਾਲੇ, ਜੇਕਰ ਹੁਣ ਨਵੀਂ ਤਾਜ਼ਾ ਜਿਹੜੀ ਰਮਦਾਸ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਕੁਝ ਮਹੀਨਾ ਹੋ ਗਿਆ, ਕਿਹੜਾ ਨਗਰ ਸੀ ਮੰਗੋ ਗਿਆ ਇਦਾਂ ਦਾ ਵੱਜਦਾ ਨਗਰ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜ਼ਖਮੀ ਕੀਤੇ ਗਏ, ਉੱਥੇ ਵੀ ਉਹ ਜਿਹੜਾ ਉਹਦਾ ਭਰਾ ਖੁਦ ਪਾਦਰੀ ਸੀ, ਉਹਦੇ ਛੋਟੇ ਭਰਾ ਨੇ ਗੁਰੂ ਘਰ ਜਾ ਕੇ ਗੁਰੂ ਸਾਹਿਬ ਦੇ ਅੰਗ ਜ਼ਖਮੀ ਕਰ ਦਿੱਤੇ ਗਏ, ਉਹ ਵੀ ਕ੍ਰਿਸਚਨ ਧਰਮ ਨੂੰ ਮੰਨਣ ਵਾਲੇ, ਹੋਰ ਵੀ ਅਨੇਕਾਂ ਇਦਾਂ ਤਰਨਤਾਰਨ ਏਰੀਏ ਦੇ ਵਿੱਚ ਵੀ ਨਰਾਦਰ ਕਰਾਇਆ ਤੇ ਕੀਤਾ, ਉਹ ਵੀ ਮੱਧੂ ਸ਼ਾਹ ਪਿੰਡ ਮੱਧੂ ਸ਼ਾਹ ਸ਼ਾਂਗਾ,
ਇਹ ਰਮਦਾਸ ਡੇਰੇ ਬਾਬੇ ਨਾਨਕ ਵਾਲ ਪੈ ਜਾਂਦਾ ਹੈ। ਉੱਥੇ ਇਹ ਜਿਹੜੇ ਗੁਰੂ ਸਾਹਿਬ ਦੇ ਅੰਗ ਜ਼ਖਮੀ ਕੀਤੇ ਸਨ, ਉਹਦਾ ਖੁਦ ਭਰਾ ਪਾਦਰੀ ਸੀ। ਅਜੇ ਤੱਕ ਨਾ ਸਰਕਾਰ ਨੇ ਇਹਨਾਂ ਨੂੰ ਨੱਥ ਪਾਈ ਹੈ। ਇਹ ਚਾਹੁੰਦੇ ਆ ਕਿ ਸਿੱਖ ਕੌਮ ਨੂੰ ਅਸੀਂ ਗੁੰਮਰਾਹ ਕਰੀਏ, ਜਿਹੜੇ ਲੋਕ ਘਰਾਂ 'ਚ ਬੈਠੇ ਨੇ, ਕਿਉਂਕਿ ਸਾਡੇ ਤਾਂ ਪ੍ਰਚਾਰਕ ਜਿਹੜੇ ਮੇਨ ਵਾ ਉਹ ਤਾਂ ਆਪ ਬਾਹਰਲੇ ਮੁਲਕਾਂ ਨੂੰ ਤੁਰੇ ਜਾ ਰਹੇ ਨੇ। ਜਿਹੜੇ ਚੰਗੇ ਭਲੇ ਟਕਸਾਲਾਂ ਦੇ ਪੜ੍ਹੇ ਹੋਏ, ਜਿਨ੍ਹਾਂ ਨੂੰ ਸੰਥਿਆ ਹੈ, ਸ਼ਾਸਤਰ ਵਿਦਿਆ ਹੈ, ਉਹਨਾਂ ਨੇ ਇਸ ਪਿੰਡਾਂ ਦੇ ਵਿੱਚ ਗੁਰਮਤਿ ਦੀ ਗੱਲ ਕਰਨੀ ਸੀ ਤੇ ਲੋਕਾਂ ਨੂੰ ਟਕਸਾਲਾਂ ਦਾ ਡਰ ਸੀ, ਨਿਹੰਗ ਜਥੇਬੰਦੀਆਂ ਦਾ ਡਰ ਸੀ ਕਿ ਅਸੀਂ ਉਹ ਪਿੰਡ ਵਿੱਚ ਜਾਵਾਂਗੇ, ਉੱਥੇ ਨਿਹੰਗ ਜਥੇਬੰਦੀ ਦਾ ਪਹਿਰਾ ਹੈ, ਉੱਥੇ ਆਣ ਕੇ ਉਹ ਬੱਚਿਆਂ ਨੂੰ ਸੰਥਿਆ ਕਰਾਉਂਦੇ ਨੇ। ਜੇਕਰ ਅਸੀਂ ਦਾ ਆ ਗਏ ਤੇ ਸਾਡਾ ਹਾਲਾਤ ਬੜਾ ਮਾੜਾ ਕਰਨਗੇ। ਪਰ ਉਹ ਸਾਡੇ ਜਿਹੜੇ ਚੰਗੇ ਚੰਗੇ ਪ੍ਰਚਾਰਕ ਅੱਜ ਬਾਹਰਲੇ ਮੁਲਕਾਂ ਚਲ ਗਏ ਨੇ ਤੇ ਇਹ ਸਾਡੇ ਘਰਾਂ 'ਚ ਆਣ ਕੇ ਵੜ ਗਏ ਨੇ। ਕਿਹੜੇ ਕਿਹੜੇ ਵੜੇ ਨੇ? ਨੂਰ ਮਹਿਲੀਏ, ਸਰਸੇ ਵਾਲੇ, ਭਨਿਆਰੇ ਵਾਲੇ ਤੇ ਅਸ਼ੂਤੋਸ਼ ਤੇ ਆਪਣੇ ਸੁਲੂਕੋਲ ਵਾਲੇ ਤੇ ਹੋਰ ਜਿਹੜੇ ਆ ਬਹੁਤ ਜ਼ਿਆਦੀਆਂ ਸਾਖਾਂ, ਪਖੰਡਵਾ ਜਿਹੜਾ ਪਿੰਡਾਂ ਢੇਸੀਆਂ ਵਾਲਾ ਹੋਇਆ, ਆ ਗੜੇ ਵਾਲਾ ਹੋਇਆ, ਇਦਾਂ ਬਹੁਤ ਪੰਜਾਬ ਦੇ ਵਿੱਚ, ਕਰਨਾਲ ਵਾਲਾ, ਇਦਾਂ ਦੇ ਪਖੰਡੀ ਬਹੁਤ ਨੇ ਪੰਜਾਬ ਦੇ ਵਿੱਚ ਜਿਹੜੇ ਬੈਠੇ ਆ। ਗੁਰੂ ਘਰ ਬਹਿ ਕੇ ਲੋਕਾਂ ਨੂੰ ਮੁੰਡੇ ਦੇ ਰਹੇ ਨੇ ਤੇ ਲੋਕ ਦਰਬਾਰ ਸਾਹਿਬੋਂ ਜਾਣੋ, ਕਿਉਂਕਿ ਇੱਕ ਹਰਮੰਦਰ ਸਾਹਿਬ ਵਿੱਚ ਜਦੋਂ ਅਬਦਾਲੀ ਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਖਤਮ ਨਹੀਂ ਹੋ ਰਹੇ ਤੇ ਕਿਵੇਂ ਕੀਤੇ ਜਾਣਗੇ, ਉਹਨੇ ਇੱਕ ਸਭਾ ਬਣਾਈ ਤੇ ਸਭਾ ਦੇ ਮੈਂਬਰਾਂ ਨੇ ਉਹਨੂੰ ਸਲਾਹ ਦਿੱਤੀ ਕਿ ਇੱਕ ਪਾਵਨ ਪਵਿੱਤਰ ਸਰੋਵਰ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ, ਜੇਕਰ ਆਪਾਂ ਉਹਨਾਂ ਨੂੰ ਪੂਰ ਦੇਵਾਂਗੇ ਆਪ ਨੂੰ ਸਿੱਖ ਖਤਮ ਕਰਨੇ ਬੜੇ ਸੌਖੇ ਹੋ ਜਾਣਗੇ। ਉਹਨੇ ਕਿਹਾ ਚਲੋ ਆਪਾਂ ਵਿਉਂਤਬੰਦੀ ਬਣਾ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨ ਵਾਸਤੇ, ਜਿੱਥੇ ਆਪਾਂ ਸ਼ਬਦ ਪੜ੍ਹਦੇ ਹਾਂ, ਸਾਰੀ ਸੰਗਤ ਆਣ ਕੇ ਨਮਸਕਾਰਾਂ ਕਰਦੀ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਅਨੇਕਾਂ ਲੋਕ ਉੱਥੇ ਜਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਂਦੇ ਨੇ। ਉਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰਨ ਵਾਸਤੇ ਅਬਦਾਲੀ ਫੌਜਾਂ ਲੈ ਕੇ ਚੜਿਆ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਚੋਂ ਇਹ ਟੁੱਟੀ ਹੈ, ਆਂਦੇ ਕਿ ਨੱਕ ਤੇ ਵੱਜੀ ਹੈ, ਕੋੜ ਹੋ ਗਿਆ ਤੇ ਕੋੜ ਦੇ ਨਾਲ ਮਰ ਗਿਆ ਹੈ। ਹੁਣ ਦੀ ਸਰਕਾਰ ਨੇ ਸੋਚਿਆ ਕਿ ਉਦੋਂ ਨਹੀਂ ਉਹਨਾਂ ਦੇ ਕੋਲੋਂ, ਉਦੋਂ ਸਿੱਖਾਂ ਦੀ ਗਿਣਤੀ ਬੜੀ ਘੱਟ ਸੀ ਤੇ ਉਦੋਂ ਨਹੀਂ ਇਹ ਲੋਕ ਸਾਡੇ ਕੋਲੋਂ ਖਤਮ ਹੋਏ ਤੇ ਹੁਣ ਕਿੱਦਾਂ ਖਤਮ ਹੋਣਗੇ। ਉਹਨਾਂ ਨੇ ਵਿਉਂਤਬੰਦੀ, ਹੁਣ ਫਿਰ ਵਿਉਂਤਬੰਦੀ ਬਣਾ ਲਈ। ਉਦੋਂ ਮੁਗਲ ਸਰਕਾਰ ਸੀ, ਹੁਣ ਦੀ ਸਰਕਾਰ ਨੇ ਫਿਰ ਇਹ ਵਿਉਂਤਬੰਦੀ ਬਣਾ ਲਈ ਜੇ ਕਿ ਅਸੀਂ ਪੰਜਾਬ ਦੇ ਵਿੱਚ ਡੇਰਾ ਇੰਨਾ ਖੋਲ ਦਈਏ। ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਟੁੱਟ ਕੇ ਕੋਈ ਪਰਮੇਸ਼ਰ ਦਵਾਰ ਤੇ ਕੋਈ ਕਹਿੰਦਾ ਕਿ ਮੈਂ ਭੇਵੇ ਜਾ ਰਿਹਾ, ਕੋਈ ਕਹਿੰਦਾ ਮੈਂ ਕਿਤੇ ਜਾ ਰਿਹਾ। ਜਦੋਂ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲੋਂ ਕੋਈ ਕਹਿੰਦਾ ਮੈਂ ਤਰਮਾਲੇ ਜਾ ਰਿਹਾ, ਜਦੋਂ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲੋਂ ਟੁੱਟ ਜਾਣਗੇ ਆਪਾਂ ਨੂੰ ਮਾਰਨੇ ਬੜੇ ਸੌਖੇ ਹੋ ਜਾਣਗੇ। ਕੁਝ ਬਾਬਿਆਂ ਨਾਲ ਜੁੜੇ ਨੇ, ਦਾਸ ਕਿਸੇ ਵੇਲੇ ਫੋਨ ਕਰਦਾ ਹੈ ਕਿ ਅੱਜ ਫਲਾਣੇ ਪਿੰਡ ਵਿੱਚ ਨੂਰ ਮਹਿਲੀਆਂ ਦਾ ਪ੍ਰੋਗਰਾਮ ਹੈ ਤੇ ਬਾਬਾ ਜੀ ਉੱਥੇ ਸਿੰਘਾਂ ਨੂੰ ਭੇਜੋ, ਜਾਂ ਆਪ ਇਹ ਸਿੰਘਾਂ ਨੂੰ ਫੋਨ ਕਰੀਦਾ ਤੇ ਸਿੰਘ ਕਹਿੰਦੇ ਨੇ ਜੇ ਬਾਬਾ ਜੀ ਸਾਨੂੰ ਆਗਿਆ ਦੇਣਗੇ ਤੇ ਫਿਰ ਅਸੀਂ ਜਾਣਾ ਹੈ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਹੁਕਮ ਕਰ ਦਿੱਤਾ ਹੈ ਕਿ ਜਿੱਥੇ ਵੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਧੀ ਭੈਣ ਦੀ ਕੋਈ ਇੱਜ਼ਤ ਲੋੜਦਾ ਉਸੇ ਵੇਲੇ ਕੁਰਬਾਨ ਦੇ ਨਾਲ ਜੇ ਸ਼ਾਸਤਰ ਕੋਰਟ ਤੇ ਵਰਤੋਂ ਕਰਨੀ ਹੈ, ਨਹੀਂ ਤੇ ਜਿਨ੍ਹਾਂ ਕੋ ਬਲ ਬਖਸ਼ਿਆ ਹੈ ਉਹ ਰੋਕਣਾ ਹੈ, ਅਪਰਾਧ ਹੁੰਦਾ। ਇਸ ਕਰਕੇ ਬੇਨਤੀ ਹੈ ਕਿ ਇਹ ਸਿੱਖ ਸੰਗਤਾਂ ਨੂੰ ਸੁਚੇਤ ਹੋਣਾ ਪੈਣਾ ਹੈ। ਅੱਜ ਪੰਜਾਬ ਦੇ ਵਿੱਚ ਡੇਰਿਆਂ ਦਾ ਤੁਹਾਨੂੰ ਪਤਾ ਲੱਗ ਗਿਆ ਹੈ, ਭਾਵੇਂ ਨਿਰਮਲੇ ਬਾਬੇ ਦਾ ਸੀ ਡੇਰਾ, ਜਿਹੜੇ ਅੱਜ ਲੋਕ ਕਰੋੜਾਂ ਰੁਪਏ ਉਹਦੇ ਅਕਾਊਂਟ ਵਿੱਚ ਪਾ ਰਹੇ ਨੇ, ਕੋਈ ਪੈਸਾ ਦਾ ਮੱਥਾ ਨਹੀਂ ਟਿਕਾਉਂਦਾ, ਬਸ ਸਿੱਧੇ ਅਕਾਊਂਟ ਵਿੱਚ ਪਵਾਈ ਜਾ ਰਿਹਾ। ਹਰਿਆਣੇ ਦੇ ਵਿੱਚ ਰਾਜਪਾਲ ਸੀ, ਉਹ ਜਦੋਂ ਸਰਕਾਰਾਂ ਨੇ ਪਹਿਲਾਂ ਸ਼ਹਿ ਦਿੱਤੀ ਫਿਰ ਆਪਣੇ ਵੀ ਮਰਵਾਏ ਤੇ ਲੱਖਾਂ ਕਰੋੜਾਂ ਰੁਪਈਆਂ ਦਾ ਫਿਰ ਫੌਜ ਲਾ ਕੇ ਗੋਲੀਬਾਰੀ ਕਰਕੇ ਉਹਨੂੰ ਅੰਦਰੋਂ ਫੜ ਕੇ ਤੇ ਉਹਨੂੰ ਵੀ ਜੇਲ੍ਹ 'ਚ ਬੰਦ ਕੀਤਾ। ਇਦਾਂ ਇੱਕ ਬਾਪੂ ਨੂੰ ਕਹਿੰਦੇ ਬਾਪੂ ਆਸੂ ਰਾਮ, ਉਹ ਵੀ ਇਸ ਵੇਲੇ ਬਲਾਤਕਾਰੀ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਵਾ। ਤੇ ਹੁਣ ਜਿਹਨੂੰ ਕਰੋੜਾਂ ਰੁਪਈਆ, 1.5 ਕਰੋੜ ਦੀ ਕਹਿੰਦੇ ਗੱਡੀ ਹੈ, ਇਹ ਜੀ ਉਧਰ ਬਠਿੰਡੇ ਵੱਲ ਜੋ ਸਾਡੇ ਅਕਾਲੀ ਦਲ ਦੇ ਜੋ ਕਾਂਗਰਸੀ ਲੀਡਰ ਵੋਟਾਂ ਦੇ ਕਰਕੇ ਉਹਦੇ ਕੋਲ ਜਾਇਆ ਕਰਦੇ ਸਨ, ਪਹਿਲਾਂ ਉਹਨੂੰ ਸ਼ਹਿ ਦਿੱਤੀ। ਹੁਣ ਆਪ ਜੀ ਨੇ ਵੇਖ ਹੀ ਲਿਆ ਕਿ ਕਰੋੜਾਂ ਰੁਪਈਆਂ ਦਾ ਸਾਡੇ ਤੇ ਜਿਹੜਾ ਭਾਰ ਪੈਣਾ ਹੈ, ਕਿਉਂਕਿ ਕਿੰਨੀਆਂ ਜਿਹੜੀਆਂ ਮੰਗਾਈਆਂ ਗਈਆਂ ਏਜੰਸੀਆਂ ਆਪਣੀਆਂ ਫੌਜਾਂ, ਜਿਹੜੀਆਂ ਫੌਜਾਂ ਦੀਆਂ ਟੀਮਾਂ ਵੱਖਰੀ, CRP ਹੋ ਗਈ, ਜਿਹੜੀ ਜੱਡ ਪੁਲਿਸ, ਜਿੰਨੀਆਂ ਵਿੱਚ ਸਾਰੀ BSF, ਜਿੰਨੀਆਂ ਕੰਪਨੀਆਂ ਦੇ ਇਹਨਾਂ ਨੂੰ ਸਾਡੇ ਇੱਥੇ ਪਾਇਆ। ਕੰਪਨੀਆਂ ਜਿਹੜੀਆਂ ਉਹਨਾਂ ਨੇ ਮੰਗਾਈਆਂ 25-30 ਕੰਪਨੀਆਂ ਮੰਗਾਈਆਂ, ਪੰਚਕੂਲੇ ਲਾ ਦਿੱਤੀ ਗਈ, ਹਰਿਆਣੇ 'ਚ ਲਾ ਦਿੱਤੀ ਗਈ। ਭਾਵ ਕਿ ਪਹਿਲਾਂ ਉਹਨਾਂ ਨੂੰ ਇਹ ਸਰਕਾਰਾਂ ਨੇ ਸ਼ਹਿ ਦਿੱਤੀ, ਸ਼ਹਿ ਦੇ ਨਾਲ ਕੀ ਕੀਤਾ ਕਿ ਉਹਦਾ ਡੇਰਾ ਬੜਾ ਪ੍ਰਫੁੱਤ ਕੀਤਾ, ਉਹਨੂੰ ਸਹੂਲਤਾਂ ਦਿੱਤੀਆਂ। ਬਾਬਾ ਬਕਾਲਾ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਤੁਸੀਂ ਅੱਜ ਜਦੋਂ ਹੁਸ਼ਿਆਰਪੁਰ ਥਾਣੀ ਭਾਵੇਂ ਚਲ ਜਾਓ ਤੇ ਭਾਵੇਂ ਤੁਸੀਂ ਆਪਣੇ ਬੰਗਿਆਂ ਤੋਂ ਚਲ ਜਾਓ, ਅਨੰਦਪੁਰ ਸਾਹਿਬ ਸਾਡੇ ਖਾਲਸੇ ਦੀ ਜਨਮ ਭੂਮੀ ਹੈ। ਉੱਥੇ ਜਾ ਕੇ ਰੈਲੀਆਂ ਇਹ ਸਾਰੇ ਕਰਦੇ ਨੇ ਤੇ ਇਹਨਾਂ ਨੂੰ ਸੜਕਾਂ ਤੇ ਗੁਰੂ ਘਰ ਦੇ ਪ੍ਰਬੰਧ ਨਹੀਂ ਦੇਖਦੇ ਤੇ ਡੇਰਿਆਂ ਦੇ ਵਿੱਚ ਜਾ ਕੇ ਰੈਲੀ ਡੇਰੇ ਵਾਲੇ ਨਹੀਂ ਕਰ ਦਿੰਦੇ।
ਗੁਰੂ ਘਰ ਵਿੱਚ ਰੈਲੀਆਂ ਕਰਦੇ ਨੇ ਤੇ ਸੜਕਾਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਣ ਵਾਲੀ ਟਰੈਕਟਰ ਟਰਾਲੀ ਤੇ ਜਾ ਨਹੀਂ ਸਕਦਾ, ਤੁਰ ਕੇ ਵੀ ਨਹੀਂ ਜਾ ਸਕਦਾ, ਇੰਨੇ ਖੱਡੇ ਪਏ ਹੋਏ ਨੇ। ਮੈਂ ਕੋਲੋਂ ਨਹੀਂ ਕਹਿ ਰਿਹਾ। ਇਹ ਅੱਜ ਜੇ ਬਿਆਸ ਡੇਰੇ ਵੱਲ ਵੇਖੀਏ, ਵੇਖੋ ਉੱਥੇ ਹੁਣ ਇੱਕ ਪੰਚਾਇਤ ਦੀ ਜਾਇਦਾਦ ਤੇ ਕਬਜ਼ਾ ਕਰ ਲਿਆ, ਸੜਕਾਂ ਕੱਢ ਦਿੱਤੀਆਂ ਗਈਆਂ ਦਿਨਾਂ ਦੇ ਵਿੱਚ ਹੀ। ਬਾਬਾ ਬਕਾਲਾ ਸਾਹਿਬ ਇੱਕ ਪੁਲ ਰਈਏ ਮੋੜ ਤੋਂ ਜਾਣਾ ਸੀ ਬਟਾਲੇ ਵੱਲ ਨੂੰ, ਤੇ ਉਹ ਪਤਾ ਨਹੀਂ ਕਿੰਨਾ ਚਿਰ ਰੁਕਿਆ ਗਿਆ। ਕਿਸੇ ਨੂੰ ਕੋਈ ਸ਼ੰਕਾ ਹੋਵੇ ਤੇ ਉਹ ਆਪਣੇ ਇਲਾਕੇ ਦੇ ਚੋਂ ਕਿਸੇ ਨੂੰ ਪੁੱਛ ਸਕਦਾ ਹੈ ਕਿ ਪੁਲ ਕਿੰਨੇ ਚਿਰ ਵਾਸਤੇ ਰੁਕਿਆ ਗਿਆ। ਸੈਂਟਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਰੇਲ ਤੋਂ ਉੱਪਰੋਂ ਪੁਲ ਲਗਾਉਣ ਵਾਸਤੇ। ਆ ਬਿਆਸ ਡੇਰੇ ਥੋੜੇ ਦਿਨ ਹੋ ਗਏ, ਇੱਕ ਪੁਲ ਬਣਿਆ ਹੈ, ਥੋੜਾ ਚਿਰ ਹੋ ਗਿਆ ਪੁਲ ਬਣਿਆ, ਦਿਨਾਂ ਦੇ ਵਿੱਚ ਬਣਾ ਦਿੱਤਾ, ਪਤਾ ਨਹੀਂ ਕਿੱਦਾਂ। ਉਹਨਾਂ ਨੂੰ ਛੇਤੀ ਆ ਗਿਆ ਤੇ ਜਿਹੜਾ ਬਾਬਾ ਬਕਾਲਾ ਸਾਹਿਬ ਵੱਲ ਨੂੰ ਪੁਲ ਜਾਣਾ ਸੀ, ਕਿੰਨਾ ਚਿਰ ਕਿੰਨੇ ਸਾਲ ਰੋਕ ਛੱਡਿਆ। ਗੁਰੂ ਘਰ ਨਾਲ ਈਰਖਾ ਰੱਖਣ ਵਾਲਿਆਂ ਨੂੰ ਇੱਥੇ ਧਾਰਮਿਕ ਸਥਾਨਾਂ ਤੇ ਸਟੇਜਾਂ ਨਹੀਂ ਲਾਉਣ ਦਿੱਤੀਆਂ ਜਾਣੀਆਂ ਚਾਹੀਦੀਆਂ। ਇਹ ਸਾਡਾ ਏਕਤਾ ਚਾਹੀਦਾ, ਨੌਜਵਾਨਾਂ ਦਾ ਜਥੇਬੰਦੀਆਂ ਦਾ ਏਕਤਾ ਚਾਹੀਦਾ। ਤੇ ਇਸ ਕਰਕੇ ਬੇਨਤੀ ਹੈ ਕਿ ਇਹ ਡੇਰਾਦਾਰ ਜਿਹੜਾ ਪੰਜਾਬ ਦੇ ਵਿੱਚ ਵੱਧ ਰਿਹਾ ਹੈ। ਜਿਹੜੀ ਮੈਂ ਪੰਚਾਇਤ ਦੀ ਗੱਲ ਕੀਤੀ ਹੈ ਕਿ ਉੱਥੇ ਆਪਾਂ ਕੋਈ ਵੀ ਸਰਕਾਰੀ ਮਹਿਕਮੇ ਵੱਲੋਂ ਫੈਕਟਰੀ ਲਾਈ ਜਾ ਸਕਦੀ ਸੀ, ਕਿਉਂਕਿ ਬੜੀ ਮਹਿੰਗੀ ਜਾਇਦਾਦ ਆ, ਸੜਕ ਦੇ ਉੱਤੇ ਕਰੋੜਾਂ ਰੁਪਈਆਂ ਦੀ, ਅਰਬਾਂ ਰੁਪਈਆਂ ਦੀ ਜਾਇਦਾਦ ਵਾ, ਜਿਹੜੀ ਅੱਜ ਉਹ ਆਪਣੇ ਕਬਜ਼ੇ ਦੇ ਵਿੱਚ ਕਰ ਰਹੇ ਨੇ ਤਰੀਕੇ ਦੇ ਨਾਲ। ਜੇਕਰ ਉੱਥੇ ਕੋਈ ਫੈਕਟਰੀ ਲਾਈ ਜਾਂਦੀ ਤੇ ਪਤਾ ਨਹੀਂ ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਾ ਸੀ, ਰੋਜੀ ਰੋਟੀ ਮਿਲਣੀ ਸੀ, ਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਉਹਦੀ ਸਹਾਇਤਾ ਮਿਲਣੀ ਸੀ। ਜਦੋਂ ਵੀ ਵੋਟਾਂ ਆਉਂਦੀਆਂ ਨੇ, ਇਹ ਵੋਟਾਂ ਦੇ ਵਿੱਚ ਇੱਕ ਮੰਗ ਕਰਦੇ, ਮੈਂ ਸਾਰੇ ਡੇਰਿਆਂ ਵਾਲੇ ਵੇਖ ਲਿਆ, ਕੀ ਮੰਗ ਕਰਦੇ ਨੇ, ਸਾਨੂੰ ਉਹ ਫਲਾਨੀ ਦਰਿਆ ਦੇ ਕੰਢੇ ਜਿਹੜੀ ਪੈਲੀ ਲੱਗਦੀ ਆ ਉਹਦਾ ਕਬਜ਼ਾ ਕਰਾ ਦਿਓ, ਵੋਟਾਂ ਤੁਹਾਨੂੰ ਪਵਾ ਦੇ, ਪਾਉਣ ਭਾਵੇਂ ਨਾ ਪਾਉਣ। ਉਹ ਸਾਡੀ ਸਰਕਾਰ ਨੇ ਉਸ ਵੇਲੇ ਕਹਿਣਾ ਮਗਾਓ, ਉੱਥੇ ਹੀ ਉਸ ਵੇਲੇ ਫੋਨ ਕਰ ਦੇਣੇ ਆ, ਇੰਨੀ ਪੈਲੀ ਜਿਹੜੀ ਆ ਇਹਨਾਂ ਨੂੰ ਕੱਢ ਦਿਓ। ਉਹ ਆਪਣੇ ਨਾਲ ਕਰਾਈ ਜਾ ਰਹੇ ਨੇ। ਬੜੀ ਧੱਕੇਸ਼ਾਹੀ ਪੰਜਾਬ ਦੇ ਵਿੱਚ ਹੋ ਰਹੀ ਆ। ਜਿਹੜੀ ਮੈਂ ਗੱਲ ਇੱਥੇ ਪੰਜਾਬ 'ਚ ਰਹਿ ਕੇ ਕਰਤੀ ਆ, ਸੱਚੀ ਗੱਲ ਜੇ ਇਹ ਬਾਹਰਲੇ ਮੁਲਕਾਂ 'ਚ ਕਈ ਬੈਠੇ ਕੋਈ ਵਿਰਲਾ ਹੀ ਗੱਲ ਕਰਦਾ ਹੈ, ਆਪ ਉਹਨੂੰ ਆਵਾਜ਼ ਠੋਣੀ ਪੈਣੀ ਜੇ। ਸਵਾਸਾਂ ਦੇ ਘੜੀਆਂ ਦਾ ਨਹੀਂ ਪਤਾ, ਕਿਉਂਕਿ ਦਾਸ ਤੇ ਇੱਕ ਗੱਲ ਕਹਿ ਦਿੰਦਾ ਹੈ ਕਿ ਹੁਣ ਹਾਥੀ ਜਿੰਦਾ ਲੱਖ ਦਾ ਹੈ ਤੇ ਮਰਿਆ 1.25 ਲੱਖ ਦਾ ਹੈ। ਜਿੰਨੀ ਕੁ ਸੇਵਾ ਸਤਿਗੁਰੂ ਨੇ ਕਰਾ ਲਈ ਹੈ, ਸਿਰ ਤੇ ਹੱਥ ਰੱਖ ਕਰਕੇ, ਤੇ ਜੇ ਗਾਂ ਸਵਾਸ ਬਖਸ਼ਣਗੇ, ਮੌਤ ਤੇ ਘੜੀ ਦਾ ਨਹੀਂ ਪਤਾ। ਰਾਵਣ ਨੂੰ ਵੀ ਆ ਗਈ ਸੀ, ਪਰ ਮੇਰੀ ਬੇਨਤੀ ਹੈ, ਰਾਮ ਗਿਓ ਰਾਵਣ ਗਿਓ। ਜਦੋਂ ਪਰਮੇਸ਼ਰ ਨੂੰ ਇਹ ਲੋਕ ਭੁੱਲ ਜਾਂਦੇ ਨੇ, ਉਹ ਭੁੱਲਿਆ ਸੀ ਤੇ ਅੱਜ ਵੇਖ ਲਓ ਜੇਲ੍ਹਾਂ ਦੇ ਵਿੱਚ ਬੈਠਾ ਹੈ। ਇਸ ਕਰਕੇ ਅੱਜ ਸਾਨੂੰ ਲੋੜ ਹੈ ਲੋਕਾਂ ਦੇ ਘਰਾਂ 'ਚ ਵਿੱਚ ਜਾ ਕੇ ਇਹਨਾਂ ਡੇਰਿਆਂ ਬਾਰੇ ਦੱਸੋ, ਤੇ ਮੇਰੇ ਸਾਹਮਣੇ ਦਿਨਾਂ ਦੇ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਣਗੇ। ਤੇ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਪਿੰਡਾਂ ਵਿੱਚ ਸਮਾਗਮ ਦਿਓ, ਤੇ ਸ਼੍ਰੋਮਣੀ ਕਮੇਟੀ ਨੂੰ ਮੇਰੀ ਇਹ ਬੇਨਤੀ ਮੈਂ ਕਰਦਾ ਵੀ ਆ ਰਿਹਾ ਕਿ ਜਿਹੜਾ ਕਰੋੜਾਂ ਰੁਪਈਆਂ ਦਾ ਬਜਟ ਤੁਸੀਂ ਸਾਲ ਬਾਅਦ ਦੱਸ ਦਿੰਦੇ ਜੇ, ਇਹ ਇੱਕ ਮੇਰੀ ਇਹਨਾਂ ਨੂੰ ਅਪੀਲ ਹੈ ਕਿ ਇਹ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਨਹੀਂ ਇਹਨਾਂ ਨੇ, ਪਤਾ ਨਹੀਂ ਉਹਨਾਂ ਵਾਸਤੇ ਰੱਖੀ ਆ ਕਿ ਕੋਈ ਨੇਪਾਲ ਦੀ ਜੰਗ ਵਾਸਤੇ ਰੱਖੀ। ਇਹ ਵਰਤਣਾ ਕਦੋਂ ਇਹਨਾਂ ਨੇ, ਇਹ ਵਰਤੋਂ ਹੁਣ। ਇਹਨਾਂ ਕੋਲ ਜਾਇਦਾਦ ਬਹੁਤ ਹੈ ਪੈਲੀ, ਕਿਉਂਕਿ ਜਾਇਦਾਦ ਲੈ ਕੇ ਫੈਕਟਰੀ ਲਾਉਣੀ ਬੜੀ ਔਖੀ ਹੈ। ਇੱਕ ਰਾਮਦੇਵ ਹੋਇਆ ਬਾਬਾ, ਉਹਨੇ ਪਤਾ ਨਹੀਂ ਸਾਬਣ ਉਹਦਾ, ਕੋਲਗੇਟ, ਅੱਜ ਬੀਬੀਆਂ ਜਾ ਕੇ ਕਹਿੰਦੀਆਂ ਸਾਨੂੰ ਬਾਬੇ ਰਾਮਦੇਵ ਵਾਲਾ ਸਾਬਣ ਚਾਹੀਦਾ, ਕੋਲਗੇਟ ਉਹਦੇ ਵਾਲੀ ਚਾਹੀਦੀ ਹੈ। ਕੋਈ ਸ਼੍ਰੋਮਣੀ ਕਮੇਟੀ ਵੱਲੋਂ ਅਜੇ ਕੋਈ ਵੀ ਇਹਨਾਂ ਨੇ ਸਾਊਂਡ ਸਿਸਟਮ ਐਸਾ ਪ੍ਰੋਜੈਕਟ ਤਿਆਰ ਨਹੀਂ ਕੀਤਾ ਆਪਣਾ, ਕਿਉਂਕਿ ਸਮਾਗਮ ਇਹਨਾਂ ਦੇ ਹੁੰਦੇ ਰਹਿੰਦੇ ਨੇ। ਗੁਰੂ ਘਰ ਵਿੱਚ ਦਿਹਾੜੇ ਮਨਾਏ ਜਾਂਦੇ ਨੇ, ਇਤਿਹਾਸਿਕ ਦਿਹਾੜੇ, ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜਾ, ਉੱਥੇ ਆਸਤਬਾਜ਼ੀਆਂ ਚੱਲਦੀਆਂ ਨੇ, ਹੋਰ ਬਾਬਾ ਬੜੇ ਸਾਈਂ। ਇਹ ਬਾਹਰੋਂ ਫੈਕਟਰੀਆਂ 'ਚ ਮੰਗਾਉਂਦੇ ਆ, ਇਹ ਆਪਣੀਆਂ ਫੈਕਟਰੀਆਂ ਲਾਉਣ। ਹਾਂ, ਇਹ ਜਿਹੜੀ ਲੜੀਆਂ ਲਾਉਂਦੇ ਨੇ ਉੱਥੇ ਹੋਰ ਬੜਾ ਸਜਾਵਟਾਂ, ਇਹ ਆਪਣੇ ਨਾਲੇ ਸਿੰਘਾਂ ਨੂੰ ਕੰਮ ਦੇ ਦੇਣ। ਉੱਥੇ ਮੈਂ ਖੁਦ ਵੇਖਿਆ ਪਟਕੇ ਬੰਨੇ ਹੁੰਦੇ ਨੇ, ਉਹ ਭਈਏ ਪਤਾ ਨਹੀਂ ਬਿਹਾਰ ਤੋਂ ਕਿੱਥੋਂ ਦੇ ਹੁੰਦੇ ਨੇ, ਭਾਵੇਂ ਉਹ ਤਮਾਕੂ ਖਾਂਦੇ ਹੋਣ, ਇਹਨਾਂ ਨੂੰ ਪੁੱਛਣਾ ਲੋਕਾਂ ਨੇ। ਕਿ ਇਸ ਕਰਕੇ ਸਿੱਖਾਂ ਨੂੰ ਨਾਲੇ ਕਾਰੋਬਾਰ ਖੋਲ ਕੇ ਦੇਣਗੇ, ਹੋਰ ਇਹਨਾਂ ਨੂੰ ਜਿਹੜੀ ਇਹਨਾਂ ਦੇ ਕੋਲ ਕਰੋੜਾਂ ਅਰਬਾਂ ਰੁਪਈਆਂ ਦਾ ਬਜਟ ਪਿਆ ਹੈ, ਉਹ 'ਚ ਵਾਧਾ ਹੀ ਹੋਣਾ, ਘਟਣਾ ਨਹੀਂ। ਇਹਨੂੰ ਵਰਤਣ, ਫੈਕਟਰੀਆਂ ਲਾਉਣ, ਸਾਬਣ ਦੀਆਂ ਲਾਉਣ, ਸਰੋਪੇ ਦੀਆਂ ਲਾਉਣ, ਦੇਸੀ ਘਿਓ ਲੰਗਰਾਂ 'ਚ ਬਹੁਤ ਲੱਗਦਾ ਹੈ। ਇਹ ਜਿਹੜਾ ਬਾਹਰੋਂ ਦੂਜਿਆਂ ਕੋਲ ਲੈ ਰਿਹਾ, ਮੈਂ ਸਲਾਹ ਹੀ ਦੇ ਰਿਹਾ ਇਹਨਾਂ ਨੂੰ, ਕਿਤੇ ਕਿਰਪਾ ਕਰ ਦੇਣ, ਮਹਾਰਾਜ ਗੁਰੂ ਰਾਮਦਾਸ ਤਰਸ ਕਰ ਲੈਣ ਕਿ ਕੋਈ ਐਸਾ ਪਿਆਰ ਵਾਲਾ ਜਾਗ ਹੀ ਪਵੇ ਤੇ ਉਹ ਇਹ ਸੋਚ ਹੀ ਲਵੇ ਘਿਓ ਦੀਆਂ ਫੈਕਟਰੀਆਂ ਲਾਉਣ। ਜਿਹੜਾ ਜਦੋਂ ਘਿਓ ਦੀ ਫੈਕਟਰੀ ਲੱਗੀ ਤੇ ਉੱਥੇ ਪਤਾ ਨਹੀਂ ਕਿੰਨੇ ਜਣਿਆਂ ਨੂੰ ਰੋਜ਼ਗਾਰ, ਰੋਟੀ ਮਿਲ ਜਾਣੀ ਆ, ਤੇ ਉਹ ਫਿਰ ਗੁਰੂ ਘਰ ਵਾਸਤੇ ਤੇ ਨਾਲੇ ਆਪਣੀ ਵਧੀਆ ਕੁਆਲਿਟੀ ਕੀ ਪਾਉਂਦੇ ਅਗਲੇ ਘਿਓਆਂ ਦੇ ਵਿੱਚ, ਕਿਉਂਕਿ ਮਿਲਾਵਟਾਂ ਬੜੀਆਂ ਨੇ। ਇਸ ਕਰਕੇ ਮੇਰੀ ਬੇਨਤੀ ਹੈ ਕਿ ਅੱਜ ਗਿਰਾਵਟਾਂ ਜਿਹੜੀਆਂ ਆ ਰਹੀਆਂ ਨੇ, ਉਹ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਸੀ ਸ਼੍ਰੋਮਣੀ, ਜਿਹਦੇ ਕਰਕੇ ਲੋਕਾਂ ਦਾ ਬਹੁਤ ਮਨ ਵੀ ਅੱਕਿਆ ਪਿਆ ਹੈ ਕਿ ਜਿਹੜਾ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੇ ਫਰਜ਼ ਨਹੀਂ ਨਿਭਾਇਆ। ਸਤਿਕਾਰ ਕਮੇਟੀਆਂ ਦੇ ਪਰਚੇ ਬਹੁਤ ਹੋਏ ਨੇ, ਬਹੁਤ ਕਰਾ ਰਹੇ ਨੇ। ਮੇਰੇ ਤੇ ਪਰਚਾ ਹੁਣ ਜਿਹੜਾ ਹੁਣ ਲੱਗਾ ਸੀ ਥੋੜੇ ਦਿਨ, 1.5-2 ਮਹੀਨੇ ਹੋ ਗਏ ਨੇ, ਮੇਰੇ ਤੇ ਭਾਈ ਨਿਸ਼ਾਨ ਸਿੰਘ ਜੀ ਤੇ ਹੋਰ ਸਿੰਘਾਂ ਤੇ ਹੋ ਜਾਣਾ ਸੀ। ਉਹ ਇੱਕ ਹੈਡ ਗ੍ਰੰਥੀ ਭਾਈ ਜੁਗਤਾਰ ਸਿੰਘ ਜੀ ਵੱਲੋਂ ਬਿਆਨ ਦਰਜ ਹੋ ਗਏ। ਐਸਪੀ ਉੱਥੇ ਗਿਆ, ਕਹਿੰਦਾ ਤੁਹਾਨੂੰ ਆਉਣ ਦੀ ਲੋੜ ਨਹੀਂ, ਤੁਹਾਡੇ ਹੁਕਮਨਾਮੇ ਦੀ ਛੇੜਛਾੜ ਕੀਤੀ ਹੈ। ਆਹ ਵੇਖੋ ਨੇ ਨਿਸ਼ਾਨ ਲਾ ਦਿੱਤੇ। ਮੈਂ ਪ੍ਰਿੰਟਡ ਕਢਾ ਕੇ ਇਹਦੇ ਵੰਡਣ ਵਾਸਤੇ ਪਿੰਡਾਂ ਦੇ ਵਿੱਚ ਸੋਚਿਆ ਸੀ,
ਤੇ ਉਧਰੋਂ ਜਥੇਦਾਰ ਦਾ ਪੀਏ ਭੁਪਿੰਦਰ ਸਿੰਘ ਉਹਦੇ ਵੱਲੋਂ ਬਿਆਨ ਲਿਖ ਕੇ ਤੇ ਉੱਥੇ ਕਰਪੂਥਲੇ ਤੇ ਸਾਡੇ ਪਰਚਾ ਦਰਜ 420 ਹੋਰ ਵੀ ਧਾਰਾ ਲਾ ਕੇ ਹੋ ਚਲਿਆ ਸੀ। ਸਤਿਗੁਰ ਗਾੜੀ ਬੇਨਤੀ ਕਰਕੇ ਭਾਈ ਨਿਸ਼ਾਨ ਸਿੰਘ ਮੇਰਾ ਆਪਣੇ ਤੇ ਆਪਦਾ ਪਰਚਾ ਦਰਜ ਹੋ ਚਲਿਆ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਵੱਲੋਂ ਤੁਹਾਡੇ ਤੇ ਪਰਚਾ ਦਰਜ ਹੋਣਾ ਸੀ। ਉਹ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਨਹੀਂ ਸੀ ਆ ਸਕਦੇ ਇੱਥੇ ਤੇ ਉਹਨਾਂ ਨੇ ਬਿਆਨ ਲਿਖ ਦਿੱਤੇ ਜੇ, ਸਾਈਨ ਕਰ ਦਿੱਤੇ ਜੇ। ਭੁਪਿੰਦਰ ਸਿੰਘ ਜੀ ਪੀਏ ਜਥੇਦਾਰ ਦਾ ਉਹਦੇ ਵੱਲੋਂ ਵੀ ਸਾਡੇ ਤੇ ਬਿਆਨ ਦੇ ਆਧਾਰ ਤੇ ਪਰਚਾ ਹੋ ਚੱਲਿਆ ਸੀ। ਉਹਨਾਂ ਦਾ ਜਥੇਦਾਰ ਨਹੀਂ ਪਹੁੰਚ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦਾ, ਇੱਥੇ ਹੈਡ ਗ੍ਰੰਥੀ ਵੀ ਆ ਸਕਦਾ ਅਦਾਲਤ ਦੇ ਵਿੱਚ ਤੇ ਆਪਣੇ ਭੁਪਿੰਦਰ ਸਿੰਘ ਪੀਏ ਵੀ ਆ ਸਕਦਾ ਹੈ। ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਸਾਡੇ ਤੇ ਪਰਚਾ, ਖੁਦ ਸਾਡੇ ਆਪਣੇ ਦੁਸ਼ਮਣ ਬਣਦੇ ਜਾ ਰਹੇ ਨੇ। ਸੰਤ ਜਰਨੈਲ ਸਿੰਘ ਐਵੇਂ ਨਹੀਂ ਗੱਲ ਕਹਿੰਦਾ, ਆਂਦਾ ਮੈਨੂੰ ਦੂਜਿਆਂ ਤੋਂ ਨਹੀਂ ਡਰ ਲੱਗਦਾ, ਮੈਨੂੰ ਆਪਣਿਆਂ ਤੋਂ ਡਰ ਵਾ। ਸਾਨੂੰ ਵੀ ਦੂਜਿਆਂ ਤੋਂ ਡਰ ਨਹੀਂ ਲੱਗਦਾ, ਅਸੀਂ ਉਹਨਾਂ ਦੀ ਰੀਸ ਨਹੀਂ ਕਰਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ। ਪਰ ਜਿਨ੍ਹਾਂ ਕੁਮਾਰੇ ਨੇ ਬਲ ਬਖਸ਼ਿਆ, ਕਿਰਤ ਕਰਦਿਆਂ ਸਤਿਗੁਰੂ ਦੀ ਸੇਵਾ ਲੈ ਰਹੇ ਨੇ, ਸਿਰ ਤੇ ਹੱਥ ਰੱਖ ਕਰਕੇ ਬਹੁਤ ਪਰਚੇ ਹੋਏ ਨੇ। ਇਹ ਨਹੀਂ ਪਰਚਿਆਂ ਤੋਂ ਪਰਵਾਹ ਨਹੀਂ ਕਰਦੇ। ਇੱਕ ਅਰਦਾਸ ਕਰੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਡੇ ਤੇ ਉਹ ਪਰਚਾ ਨਾ ਪਾਇਓ ਜਿਹੜਾ ਭਾਈ ਮਾਝ ਤੇ ਪਾਇਆ ਸੀ, ਅਸੀਂ ਉਹਨਾਂ ਤੋਂ ਫੇਲ ਹੋ ਸਕਦੇ ਹਾਂ। ਜੇ ਪੈ ਵੀ ਜਾਵੇ ਕਿਤੇ ਭੁਲੇਖੇ ਨਾਲ ਤੇ ਸਿਰ ਤੇ ਹੱਥ ਰੱਖ ਕੇ ਪਾਸ ਕਰਾ ਦਿਓ। ਸਿੱਖ ਸੰਗਤਾਂ ਨੂੰ ਬੇਨਤੀ ਹੈ ਸੰਯੋਗ ਦਿਓਗੇ। ਸਤਿਗੁਰੂ ਦਾ ਸਤਿਕਾਰ ਦਿਨਾਂ ਦੇ ਵਿੱਚ ਸਤਿਗੁਰੂ ਜਿਨ੍ਹਾਂ ਕੋ ਬਲ ਬਖਸ਼ੇ, ਕੋਈ ਘਰ ਵਾਸਤੇ ਨਹੀਂ, ਕਿਉਂਕਿ ਆਣ ਕੇ ਦਾਸ ਦੇ ਕੌਂਟ ਵੀ ਵੇਖ ਸਕਦਾ ਹੈ। ਇੱਕ ਪਾਲਕੀ ਸਾਹਿਬ ਬੱਸ ਬਣ ਰਹੀ ਹੈ ਜਲੰਧਰ ਦੇ ਸ਼ਾਲੀਮਾਰ, ਉਹ ਗੁਰੂ ਗ੍ਰੰਥ ਸਾਹਿਬ ਦੇ ਨਗਰ ਕੀਰਤਨ ਵਾਸਤੇ ਤੇ ਜਾਂ ਜਿਹੜੇ ਸਿੰਘ ਜਾਂਦੇ ਨੇ ਗੁਰੂ ਸਾਹਿਬ ਦੇ ਇਕੱਲੇ ਅੰਗ ਦੀ ਸੇਵਾ ਕਰਨ ਪਿੰਡਾਂ ਦੇ ਵਿੱਚ, ਉਹ ਤਾਰ ਕੇ ਟੈਂਪੂ ਲੈ ਕੇ ਪੁਰਾਣਾ ਤੇ 2.5 ਲੱਖ ਰੁਪਇਆ ਖਰਚਾ ਹੈ। ਲੱਖ ਰੁਪਇਆ ਸੇਵਾ ਸਿੰਘਾਂ ਨੇ ਭੇਜੀ ਹੈ ਤੇ ਬਾਕੀ ਜਿਹੜਾ 1.5 ਲੱਖ ਰੁਪਇਆ ਉਹ ਸੰਗਤਾਂ ਨੂੰ ਬੇਨਤੀ ਹੈ ਜੇ ਤੁਸੀਂ ਪਿਆਰ ਦਿੰਦੇ ਜੇ, ਸੀਸ ਦਿੰਦੇ ਜੇ ਦਾਸ ਨੂੰ, ਜਥੇ ਨੂੰ, ਤੇ ਜਰੂਰ ਸੰਯੋਗ ਦਿਓ ਜਿਹਦੇ ਨਾਲ ਅਸੀਂ ਹੋਰ ਸਤਿਗੁਰੂ ਦਾ ਸਤਿਕਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਬਲਵੀਰ ਸਿੰਘ ਮੁੱਛਲ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਸੋ ਪਿੰਡ ਦੇ ਸਰਪੰਚ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਇਹ ਜਿਹੜਾ ਤੁਹਾਡੇ ਪਿੰਡ ਦਾ ਮਾਮਲਾ ਸੀਗਾ, ਇਹ ਹੁਣ ਸਜ਼ਾ ਜਿਹੜੀ ਆ ਹੋ ਚੁੱਕੀ ਆ, ਕੋਈ ਦਿੱਕਤ ਪਰੇਸ਼ਾਨੀ ਕੇਸ ਦੇ ਵਿੱਚ ਆਈ ਜਾਂ ਕਿਸ ਤਰ੍ਹਾਂ ਦਾ ਦਬਾਅ ਵੀ ਕੋਈ ਮਹਿਸੂਸ ਕਰਦੇ? ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਕਿ ਵੋਟਾਂ ਲੈਣ ਵਾਸਤੇ ਜਿਹੜੇ ਲੀਡਰ ਆ ਵੱਖ-ਵੱਖ ਤਰ੍ਹਾਂ ਦਾ ਦਬਾਅ ਜਿਹੜਾ ਉਹ ਵੀ ਪਾਉਂਦੇ ਆ। ਸਾਨੂੰ ਇੱਥੇ ਕਿਸੇ ਦਾ ਕੋਈ ਦਬਾਅ ਨਹੀਂ ਪਿਆ ਜੀ, ਨਾ ਕਿਸੇ ਕਾਂਗਰਸੀ ਵੀਰ ਦਾ, ਨਾ ਕਿਸੇ ਅਕਾਲੀ ਵੀਰ। ਅਸੀਂ ਗੁਰੂ ਘਰ ਨਾਲ, ਅਸੀਂ ਅਕਾਲੀ ਕਾਂਗਰਸੀ ਜਾਂ ਸਰਪੰਚ ਬਾਅਦ ਚ, ਪਹਿਲੋਂ ਅਸੀਂ ਗੁਰੂ ਦੇ ਸਿੱਖ ਆ। ਜੇ ਅਸੀਂ ਗੁਰੂ ਸਿੱਖ ਹੋਣ ਦੇ ਨਾਤੇ ਅਸੀਂ ਆਪਣੇ ਗੁਰੂ ਦੀ ਗੱਲ ਨਹੀਂ ਕਰਨੀ ਤੇ ਸਾਨੂੰ ਜੀਣ ਦਾ ਵੀ ਕੋਈ ਹੱਕ ਨਹੀਂ। ਜਿਹਦੀ ਬਦੌਲਤ ਅਸੀਂ ਤੁਰੇ ਫਿਰਦੇ, ਜਿਹਦੇ ਕੋਲ ਅਸੀਂ ਹਰ ਮੰਗ ਮੰਗਦੇ ਆ, ਪਰਮਾਤਮਾ ਦੀ ਕਿਰਪਾ ਦੁੱਧ ਪੁੱਤ ਸਾਰਾ ਕੁਝ ਮੰਗਦੇ ਆ ਤੇ ਉਹਦੀ ਕਿਰਪਾ ਨਾਲ ਸਾਨੂੰ ਕੋਈ ਦਬਾਅ ਨਹੀਂ। ਠੀਕ ਆ, ਇਹ ਜਿਹੜੇ ਮੇਰੇ ਵੀਰ ਆ ਆਏ ਇਸ ਕੇਸ ਦੇ ਵਿੱਚ, ਉਹ ਗਰੀਬ ਬਰਾਦਰੀ ਨਾਲ ਸੰਬੰਧ ਰੱਖਦੇ ਆ, ਦਿਹਾੜੀ ਕਰਕੇ 2-250 ਆਪਣੇ ਬੱਚੇ ਪਾਲਦੇ ਆ ਤੇ ਜਦੋਂ ਤਰੀਕੇ ਜਾਣਾ ਦਾ 8-10 ਜਣੇ ਜਾਂਦੇ ਜੀ। ਤੁਹਾਨੂੰ ਪਤਾ ਅੱਜ ਮਹਿੰਗਾਈ ਕਿੰਨੀ, ਰੋਟੀ ਵੀ ਮੁੱਲਦੀ, ਸਾਰਾ ਕੁਝ। ਉਹ ਵਿਚਾਰਿਆਂ ਬੜੀ ਮਿਹਨਤ ਕੀਤੀ 1.5 ਸਾਲ। ਮੈਂ ਤਾਂ ਨਗਰ ਦੇ ਸਰਪੰਚ ਹੋਣ ਦਿੰਦਾ ਤੇ ਇਹਨਾਂ ਦਾ ਹੀ ਧੰਨਵਾਦ ਕਰਦਾ ਵੀ ਜਿਹੜਾ ਬੰਦਾ ਗਰੀਬ ਆਪਣੀ ਦਿਹਾੜੀ ਛੱਡ ਕੇ ਸਾਰੀ ਦਿਹਾੜੀ ਉੱਥੇ ਕੋਰਟ 'ਚ ਬੈਠਾ ਰਹਿੰਦਾ, ਇਹਨਾਂ ਦੀ ਬਦੌਲਤ ਹੀ ਅੱਜ ਇਹ ਸਾਰਾ ਕੁਝ ਹੋਇਆ ਜੀ। ਸਾਰੇ ਨਗਰ ਸਾਡੇ ਨੇ ਸਾਥ ਦਿੱਤਾ। ਠੀਕ, ਮੈਂ ਸਰਪੰਚ ਸਾਹਿਬ ਹੋਣ ਦਾ ਤੇ ਮੌਕੇ ਦਾ ਗਵਾਹ ਸੀ। ਇਹ ਮੇਰੇ ਜਗਜੀਤ ਸਿੰਘ ਵੀਰ ਛੋਟਾ FR ਦਰਜ ਹੀ ਅਵਤਾਰ ਸੋਂ ਹੀ ਬੱਗੇ ਵਾਲੇ ਅਵਤਾਰ ਸਿੰਘ ਜੀ, ਜਿੰਨਾ ਸਾਨੂੰ ਸਹਿਯੋਗ ਸਰਦਾਰ ਬਲਬੀਰ ਸਿੰਘ ਰਾਤ ਹੀ ਆ ਗਏ ਜੀ। ਜਦੋਂ ਇਹ ਘਟਨਾ ਹੋਈ 12 ਵਜੇ ਦੀ ਰਾਤ ਦੀ ਗੱਲ ਆ, ਉਦੋਂ ਮੌਕੇ ਤੇ ਮੈਨੂੰ ਉਹਨਾਂ ਫੋਨ ਕੀਤਾ, ਮੈਂ ਵੀ ਆ ਗਿਆ ਜੀ। ਸਰਦਾਰ ਬਲਬੀਰ ਸਿੰਘ, ਇਲਾਕੇ ਦੀ ਸਮੁੱਚੀ ਸੰਗਤ, ਸਰਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਸੰਤ ਵੀ ਇੱਥੇ ਆਏ, ਚਾਹੇ ਕੋਈ ਮਾਨ ਦਲ ਦਾ ਹੀ, ਚਾਹੇ ਕੋਈ ਦਲ ਖਾਲਸੇ ਦਾ। ਸਾਡੇ ਨਾਲ ਹਰ ਇੱਕ ਬੰਦੇ ਨੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਜੀ। ਔਰ ਚਾਹੇ ਕੋਈ ਸਿਆਸੀ ਲੀਡਰ ਸੀ, ਸਾਨੂੰ ਲੋੜ ਪਈ ਤਾਂ ਸਾਨੂੰ ਪੁਲਿਸ, ਸਾਡੇ SHO ਇੱਥੇ ਮੁਖਤਾਰ ਸਿੰਘ, ਉਹਨਾਂ ਪੂਰਾ ਸਹਿਯੋਗ ਦਿੱਤਾ ਜੀ। ਅੱਜ ਤੱਕ ਇਹ ਨਹੀਂ ਹਕੀਕਤ ਹੋਈ ਕਿ ਕੋਈ ਬੰਦਾ ਵਾਰਦਾਤ ਕਰੇ, ਦੋਸ਼ੀ ਹੋਵੇ ਤਾਂ ਉਹਦੇ ਕੋਲ ਖਲੋ ਕੇ ਸਾਡੇ ਬੰਦੇ ਟੈਰੋਗੇਸ਼ਨ ਕਰਾਉਣ। ਪੁਲਿਸ ਤਾਂ ਟੈਰੋਗੇਸ਼ਨ ਕਰਦੀ ਆ, ਲੇਕਿਨ ਪਹਿਲੀ ਵਾਰੀ ਹੋਇਆ ਕਿ ਆ ਬੱਗੇ ਵਾਲੇ ਮੇਰਾ ਭਰਾ ਅਵਤਾਰ ਸਿੰਘ ਬੈਠਾ, ਪੁਲਿਸ ਨੇ ਕਿਹਾ ਕੋਲ ਬਹਿ ਕੇ ਟੈਰੋਗੇਸ਼ਨ ਕਰ ਲਾ ਲਓ ਜੀ। ਇਹ ਸਾਡੇ ਸਾਰੇ ਮਜੀਠੇ ਦਾ ਵਿਸਾਲਜੀਤ ਸਿੰਘ DSP SSP ਔਰ SHO ਮੱਤਿਆ, ਸਾਡੂ ਪੁਲਿਸ ਨੇ ਪੂਰਾ ਸਾਥ ਦਿੱਤਾ। ਇੱਥੇ ਹਲਕੇ ਦੇ ਵਿਧਾਇਕ ਮਜੀਠਾ ਸਾਹਿਬ, ਉਹਨਾਂ ਨੇ ਸਾਡਾ ਹਾਈ ਕੋਰਟ 'ਚ ਉੱਥੇ ਗ੍ਰਹਿ ਵਿਭਾਗ ਕੋ ਸਾਡਾ ਚਲਾਨ ਵੀ ਮਜੀਠਾ ਸਾਹਿਬ ਨੇ ਲੈ ਕੇ ਦਿੱਤਾ, ਸਾਨੂੰ ਸਾਰਾ ਪਾਸ ਕਰਾ ਕੇ ਜੀ। ਮੰਨ ਲਓ ਕਿਸੇ 'ਚ ਕੋਈ ਗੱਲ ਨਹੀਂ ਕਿ ਕਾਂਗਰਸੀ ਅਕਾਲੀ ਦਾ ਕੋਈ ਮਸਲਾ ਨਹੀਂ। ਇੱਥੇ ਹਰ ਇੱਕ ਨੇ ਹਾ ਦਾ ਨਾਰਾ ਮਾਰਿਆ। ਇਸ ਮਨੁੱਖਤਾ ਦੀ ਗੱਲ ਸੀ, ਸਾਡੇ ਸਾਂਝਾ ਗੁਰੂ ਸਾਹਿਬ ਦਾ, ਚੌਂ ਵਰਨਾਂ ਦਾ ਸਾਂਝਾ, ਤੇ ਸਾਨੂੰ ਉਹ ਗੁਰੂ ਵਾਸਤੇ ਹਰ ਇੱਕ ਬੰਦੇ ਨੇ ਕੀਤਾ, ਚਾਹੇ ਉਹ ਮਹਾਂਪੁਰਖ ਬਾਬਾ ਸੱਜਣ ਸਿੰਘ ਸੀ, ਚਾਹੇ ਬਾਬਾ ਕਵਲ ਜੀ ਸੀ, ਚਾਹੇ ਕੋਈ ਬਾਹਰ ਸੰਪਰਦਾਵਾਂ ਦੇ ਬਾਬੇ ਦਮਦਮਾ ਟਕਸਾਲ ਵਾਲੇ ਸਨ। ਮੰਨ ਲਓ ਕਿਸੇ ਬੰਦੇ ਨੇ ਸਾਨੂੰ ਇਹ ਨਹੀਂ ਕਿਹਾ ਵੀ ਸਾਡਾ ਸਾਥ ਨਹੀਂ ਦਿੱਤਾ, ਹਰ ਇੱਕ ਇਨਸਾਨ ਨੇ ਸਾਥ ਦਿੱਤਾ। ਤੇ ਅੱਜ ਅਸੀਂ ਫਿਰ ਚਾਹੁੰਦੇ ਸੀ ਵੀ ਇਹ ਧੰਨਵਾਦ ਕਰੀਏ ਉਹ ਸਿਆਲਕਾ ਭਗਵੰਤ ਸਿੰਘ ਦਾ, ਜਿਨ੍ਹਾਂ ਦੀ ਬਦੌਲਤ ਅਸੀਂ ਇਹ ਕੇਸ ਜਿੱਤਿਆ। ਤੇ ਅਸੀਂ ਫਿਰ
ਖਾਸ ਕਰਕੇ ਸਮਝਿਆ ਵੀ ਬਲਬੀਰ ਸਿੰਘ ਮੁੱਸਲ ਸਾਹਿਬ ਜਿਨ੍ਹਾਂ ਨੂੰ ਇੰਨੀ ਮਿਹਨਤ ਕੀਤੀ, ਇਹਨਾਂ ਦੀ ਮਾਲੀ ਹਾਲਤ ਵੀ ਉਹੋ ਜੀ ਆ, ਤੇ ਜਿੰਨਾ ਇਹ ਸੰਘਰਸ਼ ਕਰਦੇ ਵੀ ਜੋ ਇਹਨਾਂ ਨੇ ਰਾਧਾ ਸਵਾਮੀ ਬਾਰੇ ਕਿਹਾ ਉਹ ਸਾਰੀ ਗੱਲ ਆ। ਜੇ ਸਾਡੇ ਗੁਰੂ ਤੇਗ ਬਹਾਦਰ ਦਾ ਨਗਰ ਉੱਥੇ ਬੱਬ ਕਾਲੇ ਤੇ ਉੱਥੇ ਰਾਧਾ ਸਵਾਮੀਆਂ ਜੋ ਕੁਝ ਹੋ ਰਿਹਾ, ਅੱਜ ਤਾਂ ਰਾਮ ਰਹੀਮ ਦੀ ਗੱਲ ਕਰਦੇ ਨਾ, ਜਿੱਦਣ ਇਹਨਾਂ ਸਾਧਾਂ ਦਾ ਕੁਝ ਨਿਕਲਿਆ ਉਦੋਂ ਰਾਮ ਰਹੀਮ ਤੋਂ ਕੋਈ ਘੱਟ ਨਹੀਂ ਨਿਕਲਣਾ। ਜੇ ਗੁਰੂ ਤੇਗ ਬਹਾਦਰ ਦਾ ਉੱਥੇ ਥਾਂ ਤੇ ਉੱਥੇ ਇਹਨਾਂ ਦਾ ਡੇਰਾ, ਜੇ ਬਾਬੇ ਬੁੱਢੇ ਸਾਹਿਬ ਚੱਲ ਜਾਓ ਉੱਥੇ ਬਾਬੇ ਬੁੱਢੇ ਸਾਹਿਬ ਦਾ ਸਥਾਨ ਹੈ ਤੇ ਉੱਥੇ ਵੀ ਇਹਨਾਂ ਆਪਣੀ ਦੁਕਾਨ ਖੋਲੀ ਜੀ। ਮੈਂ ਤਾਂ ਦੁਕਾਨ ਹੀ ਕਹੂੰ ਜੀ। ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਲੈਂਦੇ ਜੀ, ਸਾਡੇ ਗੁਰੂ ਗ੍ਰੰਥ ਚੋਂ ਬਾਣੀ ਲੈ ਕੇ ਉਹਦੇ ਹੀ ਬਾਣੀ ਚੋਂ ਵਿੱਚੋਂ ਕੱਢ ਕੇ ਭਗਤਾਂ ਦੀ ਬਾਣੀ ਉੱਥੇ ਦੱਸਦੇ ਜੀ। ਕੋਈ ਵੱਖਰਾ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਗੁਰੂ ਦਸਵੇਂ ਪਾਤਸ਼ਾਹ ਦੇ 4 ਬੱਚੇ ਸ਼ਹੀਦ ਹੋਏ, ਸਾਡੇ ਕਿੰਨੀਆਂ ਸਿੰਘਾਂ ਕੁਰਬਾਨੀਆਂ ਕੀਤੀਆਂ। ਮੈਂ ਇਹਨਾਂ ਜਿਹੜੇ ਡੇਰੇਵਾਦ ਨੂੰ ਪੁੱਛਣਾ ਚਾਹੁੰਦਾ, ਤੁਹਾਡੀ ਕੁੱਤੀ ਵੀ ਮਰੀ ਆ? ਤੁਹਾਡੀ ਕਿਸੇ ਦੀ ਕੁੱਤੀ ਵੀ ਮਰੀ ਆ? ਸਾਡੀਆਂ ਦੇ ਕੁਰਬਾਨੀਆਂ ਕਿੰਨੀਆਂ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ। ਜੈਤੋ ਦੇ ਮੋਰਚੇ ਲੱਗੇ, ਹਰ ਥਾਂ ਸਾਡੀ ਕੁਰਬਾਨੀਆਂ ਹੋਈਆਂ। ਪਰਲੇ ਦੁੱਖਾਂ ਨੂੰ ਹੁੰਦਾ ਜਦੋਂ ਸਾਡੇ ਹੀ ਸਾਨੂੰ ਮਾਰਦੇ। ਜਿੱਦਾਂ ਬਾਬਾ ਜੀ ਨੇ ਦੱਸਿਆ, ਸ਼੍ਰੋਮਣੀ ਕਮੇਟੀ ਐਡੀ ਸੰਪਰਦਾਵ ਤਕੜੀ ਹੈ। ਦਿੱਲੀ ਦੰਗੇ ਹੋਏ ਜੀ, 84 ਦੇ ਵਿਚਾਰੇ ਭੁੱਖੇ ਤਰੇ ਫਿਰਦੇ ਅਜੇ। ਅਸੀਂ ਲੋਕਾਂ ਕੋਲ ਤਾਂ ਮੰਗ ਕਰਦੇ ਆ, ਤੇ ਜਿੰਨਾ ਸਾਡੀ ਸ਼੍ਰੋਮਣੀ ਕਮੇਟੀ ਕੋ ਜਗ੍ਹਾ ਆ, ਪੈਸਾ ਜੇ ਉਹਨਾਂ ਨੂੰ ਅਸੀਂ ਇੱਕ ਥਾਂ ਬਸਤੀ ਵਸਾ ਦਈਏ, ਉਹਨਾਂ ਲਈ ਕਾਲਜ ਹੀ ਬਣਾ ਦਈਏ, ਕੀ ਨਹੀਂ ਬਣ ਸਕਦਾ ਜੀ? ਸਭ ਕੁਝ ਬਣ ਸਕਦਾ। ਪਰ ਅਸੀਂ ਕਰਨਾ ਨਹੀਂ, ਸਿਰਫ ਅਸੀਂ ਵੋਟਾਂ ਦਾ ਮੁੱਦਾ ਰੱਖਿਆ ਜੀ। ਕੁਰਸੀ ਵਾਸਤੇ ਅਸੀਂ ਦਿੱਲੀ ਦੰਗੇ ਵਾਲਿਆਂ ਦਾ ਚੇਤਾ ਆ ਜਾਣਾ ਜੀ ਸਾਨੂੰ, ਦੂਜਿਆਂ ਦਾ ਵੀ ਆ ਜਾਣਾ। ਬਿਲਕੁਲ ਤੁਹਾਡੀ ਗੱਲ ਜਿਹੜੀ ਸਾਨੂੰ ਪਿਆਰ ਨਹੀਂ, ਮੁਹੱਬਤ ਨਹੀਂ ਨਾ ਲੋਕਾਂ ਨਾਲ, ਨਾ ਸਾਨੂੰ ਗੁਰੂ ਨਾਲ ਮੁਹੱਬਤ ਆ। ਉਦਾਂ ਅਸੀਂ ਜਦੋਂ ਬੱਚੇ ਦਾ ਵਿਆਹ ਕਰਨ ਦਾ ਲਾਵਾਂ ਕਰਨ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਲਿਆਉਣੇ ਘਰੇ, ਪਰ ਕਹਿੰਦੇ ਛੇਤੀ ਲੈ ਜੇ ਬਾਬਾ। ਸਾਡਾ ਲੀਡਰ ਦੀ ਜ਼ਿਆਦਾ ਢੀਕ ਹੈ ਗੁਰੂ ਗ੍ਰੰਥ ਸਾਹਿਬ ਨੂੰ। ਹਾਲੇ ਕਿ ਸਾਡਾ ਫਰਜ਼ ਬਣਦਾ, ਜਦੋਂ ਗੁਰੂ ਮਹਾਰਾਜ ਸਾਡੇ ਘਰੇ ਆਇਆ, ਸਾਡੇ ਸਾਰੇ ਪਰਿਵਾਰ ਦੀ ਸੇਵਾ ਕਰਨ ਦਾ ਫਰਜ਼ ਬਣਦਾ। ਉਹਨਾਂ ਚਿਰ ਸਾਨੂੰ ਮੰਜੇ ਨਹੀਂ ਘਰ ਡਾਉਣੇ ਚਾਹੀਦੇ, ਕੁਰਸੀਆਂ ਨਹੀਂ ਡਾਉਣੀਆਂ ਚਾਹੀਦੀਆਂ, ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਤੇ ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਨਹੀਂ, 5 ਬੱਕਰੇ ਵੱਢੇ, 200 ਕੁੱਕੜ ਵੱਢ ਲਿਆ, ਤੇ ਕੁੜੀ ਦਾ ਕਹਿੰਦੇ ਤਲਾਕ ਹੋ ਗਿਆ। 3 ਮਹੀਨੇ ਤਲਾਕ ਹੋ ਜਾਂਦਾ ਜੀ। ਜਦੋਂ ਇੰਨਾ ਪਾਪ ਹੋ ਗਿਆ, ਗੁਰੂ ਮਹਾਰਾਜ ਖੁਸ਼ ਨਹੀਂ, ਤੇ ਫਿਰ ਧੀ ਪੁੱਤ ਵਸੂ ਕਿੱਦਾਂ ਜੀ? ਇਹਨਾਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਪੈਣਾ। ਇਹ ਜੇ ਗੱਲਾਂ ਨਾ ਰੋਕੀਆਂ ਲਈ, ਜਦੋਂ ਮੁਰਗਾ 200 ਵੱਢ ਲਿਆ, ਸ਼ਰਾਬਾਂ ਵਰਤਾ ਦੀਆਂ ਉਹ ਵਿਆਹ 'ਚ, ਬੱਕਰੇ ਵੱਢ ਲਏ, ਤੇ ਕਈ ਵਾਰੀ ਡਾਂਸਰਾਂ ਨੂੰ ਗੋਲੀ ਵੱਜ ਜਾਂਦੀ, ਕਈ ਵਿਆਹ ਵਾਲੇ ਮੁੰਡਿਆਂ ਦੇ ਪਰਿਵਾਰਾਂ ਨੂੰ ਗੋਲੀ ਵੱਜ ਜਾਂਦੀ ਆ। ਅਸੀਂ ਕਿੱਥੇ ਬੈਠੇ ਆ? ਉੱਥੇ ਕਿਸੇ ਦੇ ਧੀ ਦਾ ਵਿਆਹ ਹੁੰਦਾ, ਅਸੀਂ ਉੱਥੇ ਸ਼ਗਨ ਦੇਣ ਨਹੀਂ ਜਾਂਦੇ। ਅਸੀਂ ਉੱਥੇ ਹਿਸਾਬ ਕਰਨ ਜਾਂਦੇ ਵੀ ਸਾਨੂੰ ਅੱਜ 200 ਰੁਪਏ ਦਾ ਡੱਬਾ ਆਇਆ, ਅਸੀਂ 5 ਜਣੇ ਜਾਈਏ ਸ਼ਗਨ ਦੇਣ, ਤੇ ਕਿੰਨਾ ਮੀਟ ਤੇ ਕਿੰਨੀ ਸ਼ਰਾਬ ਖਾਣੀ। ਹਿਸਾਬ ਕਰਦੇ ਵੀ ਸਾਡਾ 1500 ਰੁਪਏ ਦਿਹਾੜੀ ਪੈ ਗਈ। ਆਹ ਤਾਂ ਸਾਡਾ ਹਾਲ ਆ ਜੀ। ਬਿਲਕੁਲ ਆਪਣੀ ਪੀੜ੍ਹੀ ਦੇ ਹੇਠਾਂ ਸੋਟਾ ਮਾਰਨ ਦੀ ਗੱਲ ਜਿਹੜੀ ਆ ਉਹ ਹੈਗੀ ਆ। ਸੋ ਵੀਰ ਮੇਰੇ ਨਾਲ ਨੇ ਜਿਹੜੇ ਕਿ ਉੱਥੇ ਜਿਨ੍ਹਾਂ ਨੇ ਗਵਾਹੀ ਵੀ ਦਿੱਤੀ ਸੀਗੀ, ਸੋ ਉਹਨਾਂ ਨਾਲ ਗੱਲਬਾਤ ਕਰਦੇ ਆ। ਕੀ ਨਾਮ ਵੀਰ ਜੀ ਤੁਹਾਡਾ? ਜਗਜੀਤ ਸਿੰਘ ਜੀ। ਕਿਸ ਤਰ੍ਹਾਂ ਇਸ ਕੇਸ ਦੇ ਵਿੱਚ ਗਵਾਹੀਆਂ ਹੋਈਆਂ, ਕੀ ਕੁਝ ਹੋਇਆ, ਉਹ ਸਾਰਾ ਜਿਹੜਾ ਸੰਗਤਾਂ ਨਾਲ ਦੇਸ਼ ਵਿਦੇਸ਼ ਦੀਆਂ ਨਾਲ ਸਾਂਝਾ ਕਰੋ। ਇਹ ਜੀ 12/3/16 ਦੀ ਗੱਲ ਹੈ ਜੀ। ਅਚਾਨਕ ਮੈਨੂੰ 12:30 ਵਜੇ ਕਾਲ ਆਈ ਆ, ਤੇ ਉਹਨਾਂ ਆਖਿਆ ਵੀ ਗੁਰਦੁਆਰੇ ਕੋਈ ਖੜਾਕ ਹੋਣ ਡਿਆ ਵਾ। ਉਹਦੇ ਕਾਰਨ ਅਸੀਂ ਉੱਠੇ ਆ। ਕੁਝ ਅਸੀਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਫੋਨ ਕੀਤਾ, ਲਾਗੋ ਗੁਆਂਢੀਆਂ ਨੂੰ ਫੋਨ ਤੇ ਗੱਲ ਹੋਈ ਆ। ਇਸ ਤਰ੍ਹਾਂ ਹੀ ਜੀ ਉਹਨਾਂ ਨੂੰ ਕਵਰ ਕਰਕੇ ਅੰਦਰੇ ਫੜ ਲਿਆ, ਤੇ ਇਸ ਤਰ੍ਹਾਂ ਨੂੰ ਕਾਬੂ ਕਰਕੇ ਅਸੀਂ ਫੜ ਕੇ ਤੇ ਪੁਲਿਸ ਦੇ ਹਵਾਲੇ ਕੀਤਾ ਜੀ। ਹਾਂਜੀ। ਉਸ ਤੋਂ ਬਾਅਦ ਦੇ ਵਿੱਚ ਜਦ ਕੇਸ ਚੱਲਿਆ, ਤੇ ਫਿਰ ਕੀ ਕੁਝ ਸਾਹਮਣੇ ਆਇਆ? ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ? ਦਬਾਅ ਨਹੀਂ ਜੀ ਸਾਡੇ ਤੇ ਕੋਈ ਵੀ। ਸਾਡੇ ਤੇ ਮਹਾਰਾਜ ਦੀ ਕਿਰਪਾ ਇੰਨੀ ਵੀ ਅਸੀਂ ਸਿੱਧੇ ਹੋ ਕੇ ਫਿਰ ਲੱਗ ਗਏ, ਤੇ ਕੇਸ ਫਿਰ ਅਸੀਂ ਜਿੱਤਣ ਤੱਕ ਪਹੁੰਚ ਗਏ। ਅੱਜ ਤੁਸੀਂ ਰਿਜ਼ਲਟ ਉਹਦਾ ਵੇਖ ਲਿਆ ਜੀ। ਹਾਂਜੀ। ਸੋ ਬਿਲਕੁਲ ਧੰਨਵਾਦੀ ਆ ਭਾਈ ਬਲਬੀਰ ਸਿੰਘ ਮੁੱਛਲ ਹੋਣਾ ਦੇ ਵੀ, ਜਿਹੜੇ ਕਿ ਅਜਿਹੇ ਮਾਮਲੇ ਜਦ ਵੀ ਕਿਤੇ ਕੋਈ ਅੱਧੀ ਰਾਤ ਵੀ ਆਵਾਜ਼ ਮਾਰਦਾ ਤਾਂ ਉਸੇ ਵੇਲੇ ਹੀ ਹਾਜ਼ਰ ਹੋ ਜਾਂਦੇ ਆ, ਚਾਹੇ ਕਿਤੇ ਦੂਰ ਵੀ ਜਾਣਾ ਪਵੇ। ਸੋ ਸਮੁੱਚੀ ਟੀਮ ਦਾ, ਸਮੁੱਚੇ ਜਥੇ ਦਾ, ਇਹਨਾਂ ਦੇ ਦਾ ਧੰਨਵਾਦ ਹੈ। ਸੋ ਸਾਡੇ ਨਾਲ ਬਾਬਾ ਜੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਪਿੰਡ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਹੜੀ ਬੜੀ ਦੁਖਦਾਈ ਸੀ, ਤੇ ਉਹਦਾ ਫੈਸਲਾ ਜਿਹੜਾ ਆਇਆ ਉਸ ਦੇ ਵਿੱਚ ਸਜ਼ਾ ਹੋਈ ਆ। ਵੇਖੋ ਜੀ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ, ਕਿਉਂਕਿ ਜਿਹੜਾ ਫੈਸਲਾ ਆਇਆ ਬਹੁਤ ਵਧੀਆ ਹੈ। ਪਰ ਜਦੋਂ ਸਾਨੂੰ ਇਸ ਫੈਸਲੇ ਦਾ ਯਕੀਨ ਦਿੱਤਾ ਗਿਆ ਸੀ ਕਿ ਇਹ ਦੋਸ਼ੀ ਜਿਹੜੇ ਸਾਰੀ ਉਮਰ ਅੰਦਰ ਰਹਿਣਗੇ, ਉਹ ਟਾਈਮ ਤੇ ਕਾਲੀਆਂ ਦੀ ਸਰਕਾਰ ਸੀ। ਇਹਨਾਂ ਨੇ ਕਿਹਾ ਸੀ ਕਿ ਇਹੋ ਜਿਹਾ ਲਾਭ ਬਣਾ ਦਿੱਤਾ ਹੈ ਕਿ ਮੁਲਜ਼ਮ ਸਾਰੀ ਉਮਰ ਬਾਹਰ ਨਹੀਂ ਆਉਣਗੇ, ਇਹਨਾਂ ਨੂੰ ਅੰਦਰੇ ਸਾੜਾਂਗੇ। ਸਾਨੂੰ ਅਜੇ ਵੀ ਇਨਸਾਫ ਪੂਰਾ ਨਹੀਂ ਮਿਲਿਆ, ਕਿਉਂਕਿ ਅਸੀਂ ਜਿਹੜਾ ਤਰੀਕਾਂ ਦੇ ਵਿਚਰਦੇ ਰਹੇ ਹਾਂ, ਭਾਈ ਅਵਤਾਰ ਸਿੰਘ, ਜਗਜੀਤ ਸਿੰਘ, ਮੰਗਲਜੀਤ ਸਿੰਘ, ਹਰਦੇਵ ਸਿੰਘ, ਮਤਲਬ 10-12 ਸਿੰਘ ਇਹ ਨਗਰ ਤੋਂ ਜਾਂਦੇ ਰਹੇ। ਤਕਰੀਬਨ ਕੋਈ ਵੀ ਤਰੀਕ ਜਿਹੜੀ ਮਿਸ ਨਹੀਂ ਕੀਤੀ। ਜਿਸ ਰਾਤ ਇਹ ਘਟਨਾ ਹੁੰਦੀ ਹੈ,
ਸਾਨੂੰ ਕਰੀਬਨ 12:25 ਤੇ ਪਤਾ ਲੱਗਦਾ ਹੈ। ਅਸੀਂ ਇੱਥੇ ਆਉਨੇ ਆ, ਮੈਂ ਪਹਿਲੋਂ ਆ ਜਾਣਾ, ਭਾਈ ਸਾਹਿਬ ਆਉਂਦੇ ਆ ਨਾਲ, ਕਰਤਾਰ ਸਿੰਘ ਜੀ ਜੋਧਾ ਨਗਰੀ ਤੋਂ, ਹੋਰ ਵੀ ਸਿੰਘ ਜਿਹੜੇ ਬੜੇ ਸਤਿਕਾਰ ਕਮੇਟੀ ਦੇ ਸਿੰਘ ਪਹੁੰਚਦੇ ਇੱਥੇ। ਇੱਥੇ ਨਗਰ ਵਾਲਿਆਂ ਨੇ ਜਿਹੜਾ ਟੀਟੂ ਨਾਂ ਦਾ ਬੰਦਾ ਜਿਹਦਾ ਨਾਮ ਪ੍ਰੇਮਾ ਹੈ, ਰਾਜਨ ਬਾਈ, ਉਹ ਪ੍ਰੇਮੇ ਨੂੰ ਫੜ ਕੇ ਇੱਥੇ ਬੱਧਾ ਹੋਇਆ। ਅਸੀਂ ਜਦੋਂ ਆਣ ਕੇ ਵੇਖਿਆ ਤੇ ਉਹੋ ਜੀ ਕੋਈ ਤਬਦੀਸ਼ ਨਹੀਂ ਉਹਦੀ ਹੋਈ। ਭਾਈ ਬਲਵੀਰ ਸਿੰਘ, ਮੈਂ, ਭਾਈ ਕਰਤਾਰ ਸਿੰਘ, ਭਾਈ ਨਿਸ਼ਾਨ ਸਿੰਘ ਜੀ ਸਿਆਲਕੇ ਤੋਂ ਸਾਡੇ ਸਤਿਕਾਰ ਕਮੇਟੀ ਦੇ ਜਥੇਦਾਰ ਹੈ, ਆਹ ਪੂਰੀ ਤਬਦੀਸ਼ ਕਰਕੇ ਤਹਿ ਤੱਕ ਗਏ ਆ। ਇੱਕ ਸ਼ਮਸ਼ੇਰ ਸਿੰਘ ਨਾਂ ਦਾ ਬੱਚਾ ਇੱਥੇ, ਸ਼ਮਸ਼ੇਰ ਸ਼ੇਰਾ ਕਹਿੰਦੇ, ਸਿੰਘ ਤੇ ਕਵਾਂਗੇ ਨਹੀਂ। ਭਾਈ ਸਾਹਿਬ ਨੇ ਮੈਨੂੰ ਕਿਹਾ ਵੀ ਇੱਕ ਬੰਦਾ ਇਹ ਦੱਸਣ ਡਿਆ ਵੀ ਕੋਈ ਸ਼ੇਰਾ, ਉਹਨੂੰ ਤੁਸੀਂ ਜਾ ਕੇ ਲੈ ਕੇ ਆਓ। ਇੱਥੇ ਮੈਨੂੰ ਨਗਰ ਵਾਲਿਆਂ ਨੇ ਕਿਹਾ ਵੀ ਉਧਰ ਨਾ ਜਾਏ, ਉਹ ਨਗਰ ਜਿਹੜੇ ਇਲਾਕੇ ਵਾਲੇ ਉਹ ਇੱਟੇ ਮਾਰਦੇ ਆ। ਮੈਂ ਕਿਹਾ ਗੁਰੂ ਸਾਹਿਬ ਪਿੱਛੇ ਇੱਟੇ ਵੀ ਖਾਵਾਂਗੇ। ਉਹਦੇ ਘਰ ਗਏ ਆ, ਉਹਦੀ ਮਾਤਾ ਨੂੰ ਪੁੱਛਿਆ ਵੀ ਤੁਹਾਡਾ ਬੇਟਾ ਕਿੱਥੇ ਆਂਦੀ, ਉਹ ਤਾਂ ਉਧਰ ਅੱਗ ਬੁਝਾਉਣ ਗਿਆ ਜਿੱਥੇ ਅੱਗ ਲੱਗੀ ਹੈ। ਦਾਸ ਨੇ ਅੰਦਰ ਵੇਖਿਆ ਤੇ ਦਰਵਾਜ਼ੇ ਦੋਲੇ ਲੁਕਿਆ ਹੋਇਆ। ਉਸ ਬੰਦੇ ਨੂੰ ਖਿੱਚ ਕੇ ਇੱਥੇ ਗੁਰਦੁਆਰਾ ਸਾਹਿਬ ਲਿਆਏ ਆ। ਗੁਰਦੁਆਰਾ ਸਾਹਿਬ ਲਿਆ ਕੇ ਉਹਦੀ ਤਬਦੀਸ਼ ਹੋਈ ਆ, ਯਾਨੀ ਕਿ ਮਨੇਰ ਦੇ 5 ਵਜੇ ਤੱਕ ਪੁਲਿਸ ਨੂੰ ਪਿੰਡ ਵਾਲੇ ਨਗਰ ਵਾਲਿਆਂ ਨਹੀਂ ਲਾਗੇ ਆਉਣ ਦਿੱਤਾ। ਉਹਨੇ ਤਬਦੀਸ਼ ਚੱਲਦੀ ਰਹੀ ਆ। ਇੱਕ ਬੰਦਾ ਜਿਹੜਾ ਉਹ ਬੰਦੇ ਨੂੰ ਦੁਬਾਰਾ ਫੜ ਕੇ ਇੱਥੇ ਲਿਆਂਦਾ ਗਿਆ, ਪੇਸ਼ ਕੀਤਾ ਗਿਆ। ਮੁਖਤਾਰ ਸਿੰਘ SHO ਹੀ ਬੜੀ ਵਧੀਆ, ਮਤਲਬ ਜਿਹੜੀ ਮੁਲਾਜ਼ਮਾਂ ਨੇ ਭੂਮਿਕਾ ਨਿਭਾਈ ਹੈ ਨਾ, ਬਹੁਤ ਵਧੀਆ ਨਿਭਾਈ ਹੈ। ਬਾਕੀ ਇਹ ਨਗਰ ਵਾਲਿਆਂ ਨੇ, ਇਹ ਗਰੀਬ ਪਰਿਵਾਰਾਂ ਨੇ ਰੋਜ਼ ਮਤਲਬ ਤੀਜੇ ਚੌਥੇ ਪੰਜਵੇਂ ਤਰੀਕ ਪੈਂਦੀ ਸੀ। ਇਹ ਬੰਦੇ ਸਾਰੇ ਦਿਹਾੜੀਦਾਰ ਆ, ਜਗਜੀਤ ਸਿੰਘ ਦੁਕਾਨਦਾਰ ਆ, ਹਰਦੇਵ ਸਿੰਘ, ਮੰਗਲ ਸਿੰਘ, ਜਿੰਨੇ ਵੀ ਦਿਹਾੜੀ ਕਰਕੇ 250-300 ਰੁਪਇਆ ਦਿਹਾੜੀ ਕਰਕੇ ਇਹ ਬੰਦਿਆਂ ਨੇ ਇੱਕ ਵੀ ਤਰੀਕ ਮਿਸ ਨਹੀਂ ਕੀਤੀ। ਜੇ ਇਹਨਾਂ ਨੂੰ ਗੱਡੀ ਕਿਰਾਏ ਤੇ ਕਰਨੀ ਪਈ ਕਿਰਾਏ ਤੇ, ਜੇ ਕਿਰਪਾਲ ਸਿੰਘ ਸਰਪੰਚ ਨੇ ਖੜੀ ਤਾਂ, ਨਹੀਂ ਤਾਂ ਕਿ 10 ਦੀ ਡਿਊਟੀ ਲਾਤੀ ਕਿ ਇੱਕ ਦੀ ਅਸੀਂ ਵੀ ਆਏ ਆ, ਚਲੋ ਜਾਂਦੇ ਰਹੇ ਨਾਲ ਸੇਵਾ 'ਚ ਹਿੱਸਾ ਲਿਆ। ਏਡੀ ਮੰਦਭਾਗੀ ਘਟਨਾ ਸਾਡੇ ਏਰੀਏ 'ਚ ਹੋਈ ਵੀ ਬਹੁਤ ਜ਼ਿਆਦੀ, ਕਦੇ ਉਸ ਟਾਈਮ ਤੇ ਜਦੋਂ ਆਈਆਂ ਨਾ ਸੰਗਤਾਂ ਤੇ ਦੇਖਿਆ ਨਹੀਂ ਜਾਂਦਾ ਵੀ ਗੁਰੂ ਸਾਹਿਬ ਦਾ ਨਰਾਦਰ ਹੋਇਆ, ਗੁਰੂ ਸਾਹਿਬ ਨੂੰ ਅਗਨ ਭੇਟ ਕੀਤਾ, ਸਾਡੀਆਂ ਆਂਦਰਾਂ ਆਪਣੀਆਂ ਸੜਦੀਆਂ ਸੀ। ਉੱਥੇ ਜਦੋਂ ਇਹ ਬੰਦੇ ਬੱਧੇ, ਭਾਈ ਨਿਸ਼ਾਨ ਸਿੰਘ ਨੇ ਮਿੱਟੀ ਦਾ ਤੇਲ ਉਹਨਾਂ ਤੇ ਪਾਇਆ ਹੈ, ਆਹ ਕਿਹਾ ਕਿ ਅੱਗ ਲਾ ਦਈਏ। ਭਾਈ ਸਾਹਿਬ ਕਹਿੰਦੇ ਵੀ ਇਹਨਾਂ ਬੰਦਿਆਂ ਨੂੰ ਅੱਗ ਲਾ ਦਿੱਤੀ ਤੇ ਦੂਸਰੇ ਬੰਦੇ ਜਿਹੜੇ ਗੁਪਤ ਰਹਿ ਜਾਣਗੇ, ਕਿਉਂਕਿ ਜਿਹੜਾ ਛੋਟਾ ਮੁੰਡਾ ਫੜਿਆ ਤੇ ਦੂਜਾ ਬੰਦਾ, ਭਾਈ ਸਾਹਿਬ ਨੇ ਕਹੇ ਕਿ ਅੱਗ ਨਹੀਂ ਲਾਉਣ ਦਿੱਤੀ। ਜੀ ਉਹਨੂੰ ਅੱਗ ਲਾਈ ਜਾਂਦੀ ਤਾਂ ਖੋਜ ਖਰਾ ਮਿਟ ਜਾਣਾ, ਇੱਕ ਹੀ ਬੰਦਾ ਮਰ ਜਾਣਾ ਤੇ ਦੂਜੇ ਬੰਦੇ ਨਹੀਂ ਸੀ ਫੜੇ ਜਾਣੇ। ਇਹ ਜਿਹੜਾ ਫੈਸਲਾ ਆਇਆ ਹੈ, ਕਿਰਪਾਲ ਸਿੰਘ ਸਰਪੰਚ, ਸਾਡੇ ਜਥੇਦਾਰ ਭਗਵੰਤ ਸਿੰਘ ਜੀ ਐਡਵੋਕੇਟ ਸਿਆਲਕਾ ਸਾਹਿਬ, ਹੋਰ ਇਹ ਸਿੰਘਾਂ ਦੇ ਪਿੰਡ ਵਾਲਿਆਂ ਦੇ ਉਦਮ ਦੇ ਨਾਲ ਇਹ ਜਿਹੜਾ ਫੈਸਲਾ ਹੋਇਆ ਹੈ ਆਇਆ ਵਾ, ਬਹੁਤ ਵਧੀਆ। 7 ਸਾਲ ਦੀ ਸਜ਼ਾ ਜੋ ਵੀ ਹੋਈ ਵਧੀਆ ਹੋਈ ਆ। ਅਸੀਂ ਅੱਗੇ ਪਹੁੰਚ ਕਰਾਂਗੇ ਕਿ ਅਸੀਂ ਹਾਈ ਕੋਰਟ ਵਿੱਚ ਪਹੁੰਚ ਕੇ ਤੇ ਇਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਵੱਧ ਤੋਂ ਵੱਧ ਦਿਵਾਉਣ ਦਾ ਖੇਚਲ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਅੱਗੇ ਪਹੁੰਚ ਕਰਕੇ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਸਜ਼ਾ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਉਹ ਦਿਵਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਊਗੀ। ਸੋ ਅਸੀਂ ਗੱਲਬਾਤ ਕੀਤੀ ਭਾਈ ਬਲਵੀਰ ਸਿੰਘ ਹੋਣਾ ਦੇ ਨਾਲ, ਸਾਰੇ ਸਿੰਘਾਂ ਦੇ ਨਾਲ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਤੇ ਕਿਵੇਂ ਕੇਸ ਚੱਲਿਆ ਤੇ ਇੱਥੋਂ ਤੱਕ ਜਿਹੜਾ ਪਹੁੰਚੇ ਆ। ਸੋ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਅੱਜ ਸਿੱਖ ਚੈਨਲ ਦੇ ਜ਼ਰੀਏ ਇਹ ਸਾਰਾ ਕੁਝ ਦੇਖਿਆ ਕਿ ਅੱਜ ਭਾਈ ਸਾਹਿਬ ਹੁਣੀ ਇੱਥੇ ਪਹੁੰਚੇ। ਉਹਨਾਂ ਸਿੰਘਾਂ ਦੀ ਹੌਸਲਾ ਅਫਜ਼ਾਈ ਕੀਤੀ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਗਵਾਹੀਆਂ ਵੀ ਦਿੱਤੀਆਂ, ਜਿਨ੍ਹਾਂ ਨੇ ਨਾਲ ਚੱਲੇ ਕਦਮ ਦੇ ਨਾਲ ਕਦਮ ਰੱਖ ਕੇ। ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੇਅਦਬੀਆਂ ਦਾ ਸਿਲਸਿਲਾ ਆ ਉਹ ਬੰਦ ਹੋਊਗਾ ਤੇ ਇਸ ਚੀਜ਼ ਤੋਂ ਜਿਹੜਾ ਵਾ ਨਵਾਂ ਰਾਹ ਵੀ ਖੁੱਲਿਆ ਤੇ ਹੋਰ ਜਿਹੜੇ ਕੇਸ ਚੱਲ ਰਹੇ ਜਿਨ੍ਹਾਂ 'ਚ ਇਹ ਦਿਖਾਇਆ ਜਾਂਦਾ ਕਿ ਕੋਈ ਵਿਅਕਤੀ ਜਿਸ ਨੂੰ ਫੜ ਲਿਆ ਜਾਂਦਾ ਉਸ ਨੂੰ ਕਹਿ ਦਿਆ ਜਾਂਦਾ ਕਿ ਦਿਮਾਗੀ ਤੌਰ ਤੇ ਠੀਕ ਨਹੀਂਗਾ, ਅਜਿਹਾ ਜਿਹੜਾ ਕੰਮ ਹੈ ਉਹ ਬੰਦ ਹੋਊਗਾ ਤੇ ਸਜ਼ਾ ਜਿਹੜੀ ਹੋਊਗੀ। ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਅਦਬੀ ਜਿਹੜੀ ਉਹ ਨਾ ਹੋਵੇ। ਇਸ ਵਾਸਤੇ ਸਾਨੂੰ ਖੁਦ ਨੂੰ ਵੀ ਸੁਚੇਤ ਜਿਹੜਾ ਆ ਤੇ ਉਹ ਸੁਚੇਤ ਜਿਹੜਾ ਹੈ ਜ਼ਰੂਰ ਹੋਣਾ ਚਾਹੀਦਾ ਹੈ। ਸੋ ਇਹਨਾਂ ਦੇ ਭਾਈ ਸਾਹਿਬ ਜੀ, ਜਿਸ ਤਰ੍ਹਾਂ ਇਹ ਕੇਸ ਚੱਲਿਆ, ਸਾਰਾ ਕੁਝ ਹੋਇਆ, ਇਸ ਦੇ ਵਿੱਚ ਸੁਭਾਵਿਕ ਗੱਲ ਹੈ ਕਿ ਖਰਚਾ ਜਿਹੜਾ ਹੈ ਉਹ ਵੀ ਲੱਗਦਾ ਹੈ। ਸੋ ਕਿਸ ਤਰ੍ਹਾਂ ਦੀ ਮਾਲੀ ਸਹਾਇਤਾ ਕੋਈ ਕਿਸੇ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਜਾਂ ਕਿਸੇ ਹੋਰ ਜਥੇਬੰਦੀ ਵੱਲੋਂ ਹੋਈ? ਵੇਖੋ ਜੀ, ਜਿਹੜੀ ਮਾਲੀ ਸਹਾਇਤਾ ਵਾਲੀ ਗੱਲ ਆ ਉਹ ਤੇ ਚਲੋ ਜਾਂ ਨਗਰ ਵਾਲਿਆਂ ਨੇ ਥੋੜੀ ਬਹੁਤੀ ਕੀਤੀ ਹੋ, ਜਿਹਦਾ ਸਰਪੰਚ ਸਾਹਿਬ ਗੱਡੀ ਆਪਣੀ ਖੜਦੇ ਤੇਲ ਪਾ ਕੇ, ਨਾ ਕੋਈ ਸ਼੍ਰੋਮਣੀ ਕਮੇਟੀ ਵੱਲੋਂ, ਨਾ ਕਿਸੇ ਪਾਰਟੀ ਵੱਲੋਂ, ਹੋਰ ਕਿਸੇ ਜਥੇਬੰਦੀ ਵੱਲੋਂ ਕੋਈ ਵੀ ਖਾਸ ਕਰਕੇ ਮਦਦ ਨਹੀਂ ਕੀਤੀ ਗਈ ਇਹਨਾਂ ਦੀ, ਕਿਉਂਕਿ ਇਹ ਗਰੀਬ ਬੰਦੇ ਆ, ਤਰੀਕੇ ਜਾਣਾ ਹੁੰਦਾ, ਖਰਚਾ ਹੁੰਦਾ ਹਰ ਵਾਰੀ, ਜਾਨੀ ਕਿ 1000-1200 ਰੁਪਏ ਦਾ ਖਰਚਾ ਹੁੰਦਾ ਸੀ। ਕਿਸੇ ਵੀ ਸੰਪਰਦਾ ਨੇ, ਜਿਹੜੀਆਂ ਵੱਡੀਆਂ ਸੰਪਰਦਾਵਾਂ, ਵੱਡੇ ਡੇਰਿਆਂ ਵਾਲੇ ਆ, ਕਿਸੇ ਵੀ ਮਦਦ ਨਹੀਂ ਕੀਤੀ। ਨਾ ਸ਼੍ਰੋਮਣੀ ਕਮੇਟੀ ਨੇ ਕੋਈ ਮਦਦ ਕੀਤੀ ਆ, 10-20-30 ਹਜ਼ਾਰ 50 ਹਜ਼ਾਰ ਦੀ ਕੋਈ ਵੀ ਮਦਦ ਕਿਸੇ ਨੇ ਨਹੀਂ ਕੀਤੀ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ
ਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ ਹੋਵੇ ਤੇ ਸ਼੍ਰੋਮਣੀ ਕਮੇਟੀ ਇਹਨਾਂ ਗਰੀਬਾਂ ਦੀ ਮਦਦ ਨਾ ਕਰੇ ਤੇ ਬਹੁਤ ਮਾੜੀ ਗੱਲ ਹੈ। ਤੇ ਗਾਂ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦਾ ਗੁਰਦੁਆਰਾ ਸਾਹਿਬ ਦੀ ਤਿਆਰੀ ਹੋ ਰਹੀ ਆ, ਹੁਣ ਹੀ ਸ਼੍ਰੋਮਣੀ ਕਮੇਟੀ ਇਹਨਾਂ ਦਾ ਕੋਈ ਥੋੜਾ ਬਹੁਤਾ ਜੋ ਵੀ ਆ ਸੰਯੋਗ ਕਰਕੇ ਇਹਨਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਨਾਲ ਕੈਮਰਿਆਂ ਦੀ ਸੇਵਾ ਜਿਹੜੀ ਉਹ ਕਰਾ ਦੇਣ, ਕਿਉਂਕਿ ਕੈਮਰੇ ਇੱਥੇ ਨਹੀਂ ਲੱਗੇ ਤੇ ਇਹਨਾਂ ਦਾ ਕੈਮਰਿਆਂ ਦਾ ਨਾਲ ਹੱਲ ਹੁਣ ਕਰਨਾ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।